ਦਿਓ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀ ਐਂਡ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰੋ ਨਿੰਮਾ ਸਹੋਤਾ 209 277 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਆਪਣੇ ਬਿਆਨ ਦੇ ਉੱਤੇ ਜਿਹੜੀ ਸਾਧਵੀ ਪ੍ਰਗਿਆ ਨੇ ਹੁਣ ਮਾफ़ੀ ਮੰਗੀ ਆ। ਜੀ ਬਿਲਕੁਲ ਮਾਫੀ ਮੰਗ ਲਈ ਆ ਤੇ ਮਾਫੀ ਇਹਨੇ 2 ਵਾਰੀ ਮੰਗੀ ਆ, ਮਤਲਬ ਕਿ ਇੱਕੋ ਦਿਨ ਦੇ ਵਿੱਚ 2 ਦਫਾ। ਕਿਉਂਕਿ ਪਹਿਲੀ ਵਾਰ ਜਦੋਂ ਮਾਫੀ ਮੰਗੀ ਤੇ ਉਦੋਂ ਫਿਰ ਉਹ ਜਿਵੇਂ ਲਟਕਾਮੀ ਦੀ ਅੱਗੇ ਸੀਗੀ, ਉਸੇ ਤਰ੍ਹਾਂ ਦੀ ਲਟਕਾਮੀ ਦੀ ਮਾਫੀ ਸੀਗੀ। ਤੁਹਾਨੂੰ ਯਾਦ ਹੋਣਾ ਹਿੰਮਤ ਕਰਕਰੇ ਵੇਲੇ ਵੀ ਇਸਨੇ ਸਿੱਧੇ ਤੌਰ ਤੇ ਮਾਫੀ ਨਹੀਂ ਸੀ ਮੰਗੀ, ਹੋਰ ਹੀ ਵਿੰਗ ਬਲਾਵਾ ਜਿਹਾ ਪਾ ਲਿਆ ਸੀਗਾ। ਤੇ ਅੱਜ ਵੀ ਕਿਹਾ ਜੀ ਮੇਰਾ ਬਿਆਨ ਜਿਹੜਾ ਤੋੜਿਆ ਮਰੋੜਿਆ ਗਿਆ, ਫਲਾਂ ਕੀਤਾ, ਧਮਕਾ ਕੀਤਾ ਗਿਆ। ਤਾਂ ਫਿਰ ਦੁਬਾਰਾ ਸਾਰੀਆਂ ਪਾਰਟੀਆਂ ਨੂੰ ਸਪੀਕਰ ਨੇ ਸੱਦਿਆ। ਫਿਰ ਉਸ ਤੋਂ ਬਾਅਦ ਫੈਸਲਾ ਹੋਇਆ ਕਿ ਦੁਬਾਰਾ ਮਾਫੀ ਮੰਗੀ ਜਾਊਗੀ। ਤਾਂ ਇਹਨੇ ਬਾਅਦ ਦੇ ਵਿੱਚ ਦੁਬਾਰਾ ਮਾਫੀ ਮੰਗੀ ਆ। ਤਾਂ ਇਸ ਤੋਂ ਇਲਾਵਾ ਇੱਕ ਚੀਜ਼ ਬੜੀ ਦਿਲਚਸਪ ਵਾਪਰੀ ਹੈ ਕਿ ਇਹਨੇ ਵੀ ਵਿਸ਼ੇਸ਼ ਅਧਿਕਾਰ ਮਤਾ ਜਿਹੜਾ ਉਹ ਰਾਹੁਲ ਗਾਂਧੀ ਦੇ ਖਿਲਾਫ ਲੈ ਆਂਦਾ ਹੈ, ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਇਹ ਅੱਤਵਾਦੀ ਹੈ। ਤਾਂ ਇਹਨੇ ਕਿਹਾ ਕਿ ਮੈਨੂੰ ਕਿਸੇ ਅਦਾਲਤ ਨੇ, ਕੋਰਟ ਨੇ, ਕਚਹਿਰੀ ਨੇ ਹਾਲੇ ਤੱਕ ਦੋਸ਼ੀ ਨਹੀਂ ਗਰਦਾਨਿਆ, ਦੋਸ਼ੀ ਕਰਾਰ ਨਹੀਂ ਦਿੱਤਾ। ਤਾਂ ਇਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਭੁੱਲ ਕੀਤੀ ਹੈ ਤੇ ਰਾਹੁਲ ਗਾਂਧੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ। ਪਰ ਰਾਹੁਲ ਗਾਂਧੀ ਨੇ ਆਖਿਆ ਕਿ ਨਹੀਂ, ਮੈਂ ਆਪਣੇ ਸਟੈਂਡ ਤੇ ਕਾਇਮ ਆ। ਸੋ ਇਹਨਾਂ ਨੇ ਫਿਰ ਵਿਸ਼ੇਸ਼ ਅਧਿਕਾਰ ਮਤਾ ਲੈ ਆਂਦਾ। ਚਲੋ ਉੱਤੇ ਹੁਣ ਦੇਖਦੇ ਆ ਕਿ ਕਾਰਵਾਈ ਕੀ ਹੁੰਦੀ ਆ। ਪਰ ਇਹ ਵੇਖੋ, ਹੁਣ ਤੇ ਰਾਜਨਾਥ ਨੇ ਵੀ ਕੰਡੈਮ ਕੀਤਾ ਸੀਗਾ ਔਰ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਥੋੜ੍ਹਾ ਜਿਹਾ ਨੂੰ ਛੱਡਦੀ ਹੈ। ਇੱਕ ਸਾਧਵੀ ਆ ਜਾਂ ਕੁਛ ਹੋਰ ਨੇਤਾ ਉਹ ਤੇ ਪ੍ਰੋੜਤਾ ਕਰਦੇ ਨਜ਼ਰ ਆਉਂਦੇ ਆ। ਪਰ ਬਹੁਤੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ ਜਾਂ ਆਲਾ ਲੀਡਰ ਹੈ ਜਿਹੜੇ, ਉਹ ਇਸ ਬਿਆਨ ਤੋਂ ਦੂਰ ਹੋ ਗਏ, ਉਲਟ ਹੋ ਗਏ। ਕਿਉਂਕਿ ਦੇਖੋ ਭਾਜਪਾ ਕਸੂਤੀ ਫਸ ਗਈ ਨਾ, ਹੈ ਤੇ ਭਾਜਪਾ ਚਲਾਕ। ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਦਫਾ ਇਹਨੂੰ ਸਾਧਵੀ ਨੂੰ ਕੱਢ ਦਿੱਤਾ ਸੀਗਾ, ਇਹਨਾਂ ਨੇ ਸਸਤੇ 'ਚ ਛੱਡ ਦਿੱਤਾ ਸੀਗਾ। ਔਰ ਇਹ ਉਹੀ ਭਾਜਪਾ ਹੈ ਜਿਹਨੇ ਆਖਿਆ ਸੀਗਾ ਕਿ ਭਗਵਾਂ ਅੱਤਵਾਦ ਬਦਨਾਮ ਕਰਨ ਵਾਲਿਆਂ ਨੂੰ, ਫਲਾਹ ਕਰਨ ਵਾਲਿਆਂ ਨੂੰ, ਧਮਕਾ ਕਰਨ ਵਾਲਿਆਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਸੱਤਿਆਗ੍ਰਹਿ ਦੇ ਰੂਪ ਦੇ ਵਿੱਚ, ਜਦੋਂ ਇਹਨੂੰ ਟਿਕਟ ਦਿੱਤੀ ਗਈ ਸੀਗੀ। ਤਾਂ ਇਹ ਬਹੁਤ ਲੰਮਾ ਚੌੜਾ ਪ੍ਰਚਾਰ ਕੀਤਾ ਗਿਆ ਸੀ। ਖੁਦ ਅਮਿਤ ਸ਼ਾਹ ਰੈਲੀਆਂ ਕਰਨ ਗਿਆ ਸੀਗਾ, ਤੁਹਾਨੂੰ ਸਭ ਨੂੰ ਯਾਦ ਹੋਣਾ, ਭੋਪਾਲ ਦੇ ਵਿੱਚ। ਤਾਂ ਹੁਣ ਭਾਜਪਾ ਕਸੂਤੀ ਇਸ ਕਰਕੇ ਫਸ ਗਈ ਕਿ ਜੇ ਉਹ ਖੜਦੀ ਹੈ ਨਾਲ ਖੁੱਲੇ ਰੂਪ ਦੇ ਵਿੱਚ ਤੇ ਤਾਂ ਵੀ ਕਿਤੇ ਨਾ ਕਿਤੇ ਕਿਰਕਰੀ ਹੁੰਦੀ ਹੈ। ਕਿਉਂ? ਕਿਉਂਕਿ ਥੋੜੇ ਦਿਨ ਪਹਿਲਾਂ ਤੇ ਗਾਂਧੀ ਜਯੰਤੀ ਮਨਾ ਕੇ ਹਟੇ 150ਵੀਂ, ਕਿਉਂਕਿ ਬਹੁਤ ਜ਼ੋਰ ਸ਼ੋਰ ਦੇ ਨਾਲ ਨਰਿੰਦਰ ਮੋਦੀ ਨੇ ਉਦੋਂ ਪ੍ਰਚਾਰ ਕੀਤਾ ਸੀਗਾ। ਤਾਂ ਇੱਕ ਪਾਸੇ ਤੁਸੀਂ ਜਯੰਤੀਆਂ ਮਨਾਉਂਦੇ ਫਿਰਦੇ ਹੋ ਤਾਂ ਦੂਸਰੇ ਪਾਸੇ ਤੁਸੀਂ ਇਹੋ ਜਿਹੇ ਲੋਕਾਂ ਨਾਲ ਖੜੋਗੇ, ਫਸਦੇ ਸੀ ਕਸੂਤੇ। ਸੋ ਕਿਤੇ ਨਾ ਕਿਤੇ ਇਸੇ ਕਰਕੇ ਯੂ ਟਰਨ ਮਾਰਿਆ। ਬਾਕੀ ਇਹਨੂੰ ਡਿਫੈਂਸ ਵਾਲੀ ਜਿਹੜੀ ਉਹ ਹੈਗੀ ਸੀਗੀ ਸੰਸਦੀ ਕਮੇਟੀ, ਉਹਦੇ ਚੋਂ ਕੱਢ ਦਿੱਤਾ। ਸੇਕ ਕਾਫੀ ਲੱਗਾ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਖਾਸ ਵਿਚਾਰਧਾਰਾ ਜਾਂ ਇਹ ਖਾਸ ਵਿਚਾਰ ਜਿਹੜੇ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਦਬ ਜਾਣਗੇ। ਹਾਂ, ਵਕਤੀ ਤੌਰ ਤੇ ਚੁੱਪ ਜ਼ਰੂਰ ਰਹਿ ਸਕਦੇ ਆ, ਪਰ ਆਉਣ ਵਾਲੇ ਸਮੇਂ ਤੇ ਫਿਰ ਇਹ ਬੋਲਣਗੇ ਜ਼ਰੂਰ, ਨਿਕਲਣਗੇ ਜ਼ਰੂਰ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਮਹਿਲਾ ਡਾਕਟਰ ਨੂੰ ਬਲਾਤਕਾਰ ਤੋਂ ਬਾਅਦ ਜਿਉਂਦਾ ਸਾੜਿਆ ਗਿਆ। ਬਹੁਤ ਹੀ ਖੌਫਨਾਕ ਹਾਦਸਾ ਵਾਪਰਿਆ। ਹਾਂਜੀ ਬਿਲਕੁਲ, ਦਰਿੰਦਗੀ ਵਾਪਰੀ ਆ। ਵਹਿਸ਼ਤ ਸਿਰ ਚੜ੍ਹ ਕੇ ਬੋਲੀ ਆ ਉਹਨਾਂ ਵਹਿਸ਼ੀਆਂ ਦੇ ਜਿਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਉਸ ਲੜਕੀ ਦਾ ਕਸੂਰ ਕੀ ਆ। ਕਸੂਰ ਸਿਰਫ 2 ਤਰ੍ਹਾਂ ਦਾ ਹੀ ਆ, ਇੱਕ ਤੇ ਕਿ ਉਹ ਲੜਕੀ ਆ ਤੇ ਇੱਕ ਉਹ ਇੰਡੀਆ ਦੇ ਵਿੱਚ ਪੈਦਾ ਹੋਈ ਸ਼ਾਇਦ। ਤਾਂ ਇਹਨਾਂ ਨੇ ਹਵਸ ਦੇ ਪੁਜਾਰੀਆਂ ਨੇ ਇਸ ਜਾਨ ਨੂੰ ਖਾ ਲਿਆ, ਇੱਜ਼ਤ ਨੂੰ ਖਾ ਲਿਆ। ਘਟਨਾ ਹੈਦਰਾਬਾਦ ਦੀ ਆ। ਇੱਕ ਵੈਟਰਨਰੀ ਡਾਕਟਰ ਸੀਗੀ, ਜੋ ਡੰਗਰਾਂ ਦੀ ਡਾਕਟਰ ਆਪਾਂ ਕਹਿ ਦਿੰਦੇ ਹਾਂ। ਤਾਂ ਉਹ ਡਾਕਟਰ ਆਪਣੀ ਡਿਊਟੀ ਦੇ ਕੇ, ਜਿਹੜੀ ਹੈ ਵੀ ਮੇਰੇ ਖਿਆਲ ਦੇ ਨਾਲ 22 ਸਾਲਾਂ ਦੀ ਕੁੜੀ ਸੀਗੀ ਜੀ, ਉਹ ਪਰਤ ਰਹੀ ਸੀਗੀ ਆਪਣੀ ਡਿਊਟੀ ਤੋਂ ਤੇ ਦੱਸਦੇ ਆ ਕਿ ਉਹਦੀ ਸਕੂਟਰੀ ਪੈਂਚਰ ਹੋ ਗਈ। ਹਾਲਾਂਕਿ ਉਹਨੇ ਆਪਣੀ ਭੈਣ ਨੂੰ ਫੋਨ ਵੀ ਕੀਤਾ ਕਿ ਮੈਨੂੰ ਡਰ ਲੱਗਣ ਡਿਆ। ਭੈਣ ਨੇ ਆਖਿਆ ਕਿ ਤੂੰ ਉੱਥੇ ਲਾਗੇ ਜੇ ਟੋਲ ਹੈ ਤੇ ਟੋਲ ਤੇ ਚੱਲ ਜਾ।
ਤੇ ਉਹਨੇ ਤਾਂ ਵੀ ਆਖਿਆ, ਉਹਨੇ ਆਖਿਆ ਕਿ ਉੱਥੇ ਵੀ ਲੋਕ ਵੇਖਣਗੇ, ਦੇਖਦੇ ਭੈੜੇ ਆ, ਡਰਾਈਵਰ ਡਰੂਵਰ ਖਲੋਤੇ ਆ। ਤੇ ਉਸ ਤੋਂ ਬਾਅਦ ਫਿਰ ਫੋਨ ਕੀਤਾ ਉਹਦੀ ਭੈਣ ਨੇ, ਫੋਨ ਕਿਉਂਕਿ ਕੱਟਿਆ ਗਿਆ। ਬਾਅਦ ਦੇ ਵਿੱਚ ਉਹ ਫੋਨ ਜਿਹੜਾ ਉਹ ਨਹੀਂ ਚੁੱਕਿਆ ਗਿਆ, ਮਤਲਬ ਕਿ ਸਵਿਚ ਆਫ ਆਉਂਦਾ ਸੀਗਾ। ਤੇ ਦੱਸਦੇ ਆ ਕਿ ਉੱਥੇ ਮੌਜੂਦ ਕੁਛ ਦਰਿੰਦਿਆਂ ਨੇ ਜਿਹੜੇ ਕਿ ਇਨਸਾਨੀ ਭੇਸ ਦੇ ਵਿੱਚ ਆਏ ਕਿ ਅਸੀਂ ਹੈਲਪ ਕਰਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਵਰਗਲਾ ਕੇ ਇਹਨੂੰ ਚੁੱਕ ਲਿਆ। ਉਸ ਤੋਂ ਬਾਅਦ ਰੇਪ ਕੀਤਾ ਗਿਆ, ਗੈਂਗ ਰੇਪ ਕੀਤਾ ਗਿਆ। ਉਸ ਤੋਂ ਬਾਅਦ ਇੱਕ ਅੰਡਰ ਬ੍ਰਿਜ ਦੇ ਥੱਲੇ ਇਹਨੂੰ ਜਿੰਦਾ ਜਲਾ ਦਿੱਤਾ ਗਿਆ। ਉਹ ਫੋਟੋ ਵੀ ਤੁਸੀਂ ਦੇਖ ਸਕਦੇ ਹੋ, ਵਾਇਰਲ ਹੋਈ ਪਈ ਆ। ਤਾਂ ਲੋਕ ਬਹੁਤ ਗੁੱਸੇ ਦੇ ਵਿੱਚ ਆ, ਪੂਰਾ ਦੇਸ਼ ਵੈਸੇ ਹੀ ਹਾਲਤ ਦੇ ਵਿੱਚ ਆ ਜੈਸੇ ਹਾਲਾਤ ਤੁਸੀਂ ਵੇਖੇ ਹੋਣੇ 2012 ਦੇ ਵਿੱਚ, ਜਦੋਂ ਇੱਕ ਬਹੁਤ ਘਿਨੌਣੀ ਘਟਨਾ ਵਾਪਰੀ ਸੀ ਦਿੱਲੀ ਦੇ ਵਿੱਚ, ਨਿਰਭਇਆ ਕਾਂਡ ਵਾਪਰਿਆ ਸੀਗਾ। ਤਾਂ ਜੈਸਾ ਗੁੱਸਾ ਉਦੋਂ ਲੋਕਾਂ ਦੇ ਵਿੱਚ ਸੀ, ਵੈਸਾ ਹੀ ਗੁੱਸਾ ਇਸ ਘਟਨਾ ਤੋਂ ਬਾਅਦ ਆ, ਇਸ ਦਰਿੰਦਗੀ ਤੋਂ ਬਾਅਦ ਆ। ਤਾਂ ਲੋਕ ਬਹੁਤ ਜ਼ਿਆਦਾ ਲਾਹਨਤਾਂ ਪਾ ਰਹੇ ਆ ਸਿਸਟਮ ਨੂੰ, ਸਮਾਜ ਨੂੰ, ਸਰਕਾਰ ਨੂੰ ਕਿ ਆਖਰ ਚੱਲ ਕੀ ਰਿਹਾ, ਕਿਸੇ ਲੜਕੀ ਦਾ ਕੀ ਦੋਸ਼ ਆ। ਸਿਰਫ ਤੇ ਸਿਰਫ ਇਹੀ ਕਿ ਉਹ ਲੜਕੀ ਹੈ, ਉਹ ਇੰਡੀਆ ਦੇ ਵਿੱਚ ਇਸ ਸਿਸਟਮ ਦੇ ਵਿੱਚ, ਇਸ ਸਮਾਜ ਦੇ ਵਿੱਚ ਰਹਿ ਰਹੀ ਹੈ, ਇਹੀ ਨੁਕਸ ਆ। ਸੋ ਬਹੁਤ ਘਿਨੌਣੀ ਘਟਨਾ ਵਾਪਰੀ ਆ। ਹਾਲਾਂਕਿ ਜਿਵੇਂ ਹੀ ਦੇਸ਼ ਉਬਲਿਆ, ਹਾਲਾਂਕਿ ਜਿਹੜਾ ਉੱਥੋਂ ਦਾ ਹੈਗਾ ਨਾ ਗ੍ਰਹਿ ਮੰਤਰੀ, ਉਹਦਾ ਬਿਆਨ ਵੀ ਸੁਣਨ ਲਾਇਕ ਆ। ਸੁਣਨ ਲਾਇਕ ਕੀ ਲਾਹਨਤ ਲਾਇਕ ਆ, ਥੁੱਕਣ ਲਾਇਕ ਆ ਇਹੋ ਜਿਹੇ ਲੋਕਾਂ ਤੇ। ਉਹ ਕਹਿੰਦਾ ਜੀ ਕਿ ਪੜ੍ਹੀ ਲਿਖੀ, ਕਾਹਦੀ ਪੜ੍ਹੀ ਲਿਖੀ ਸੀ, ਅਖੇ 100 ਨੰਬਰ ਤੇ ਡਾਇਲ ਕਰਦੀ, ਪੁਲਿਸ ਆਉਂਦੀ ਤੇ ਉਹਨੂੰ ਬਚਾ ਲੈਂਦੀ, ਭੈਣ ਨੂੰ ਫੋਨ ਕਰਨ ਦੀ ਕੀ ਜ਼ਰੂਰਤ ਸੀ। ਹੁਣ ਦੇਖੋ, ਸਕੂਟਰੀ ਪੈਂਚਰ ਹੋਈ ਤੇ ਜੇ ਕੋਈ ਕੁੜੀ 100 ਨੰਬਰ ਤੇ ਡਾਇਲ ਕਰੂਗੀ ਤੇ ਪੁਲਿਸ ਨੇ ਆ ਕੇ ਪਹਿਲਾਂ ਉਹਨੂੰ ਕਹਿਣਾ ਕਿ ਹੁਣ ਕਮਾਲ ਦੀ ਕਹਿੰਦੇ ਅਸੀਂ ਤੁਹਾਡੀਆਂ ਸਕੂਟਰੀਆਂ ਲੱਦੀ ਫਿਰੀਏ। ਸੋ ਇਹੋ ਜਿਹੇ ਬਿਆਨ ਜਿਹੜੇ ਬੇਤੁਕੇ ਬਿਆਨ ਆ ਰਹੇ ਆ ਕਿ ਦੇਖੋ ਜੀ, ਉਹਨੂੰ ਫੋਨ ਆਪਦੇ ਘਰੇ ਨਹੀਂ ਸੀ ਕਰਨਾ ਚਾਹੀਦਾ, ਉਹਨੂੰ ਫੋਨ ਪੁਲਿਸ ਨੂੰ 100 ਨੰਬਰ ਤੇ ਕਰਨਾ ਚਾਹੀਦਾ ਸੀਗਾ। ਤਾਂ ਖੈਰ ਜੋ ਵੀ ਹੈ, ਹੁਣ ਮਾਮਲਾ ਇੱਥੋਂ ਤੱਕ ਪਹੁੰਚਿਆ ਵਾ ਕਿ ਕੁਛ ਗ੍ਰਿਫਤਾਰੀਆਂ ਹੋਈਆਂ, ਪਰ ਉੱਥੇ ਫਿਰ ਉਹੀ ਮਸਲਾ, ਜਿਵੇਂ ਮੰਨ ਲਓ ਕਠੂਆ ਦੇ ਦੋਸ਼ੀ ਫੜੇ ਗਏ ਸੀਗੇ ਤੇ ਇੱਕ ਖਾਸ ਵਿਚਾਰਧਾਰਾ ਨੂੰ ਟਾਰਗੇਟ ਕੀਤਾ ਗਿਆ ਸੀਗਾ, ਸਾਰੇ ਹਿੰਦੂਆਂ ਨੂੰ ਕਿਹਾ ਗਿਆ ਸੀਗਾ ਕਿ ਇਹ ਇਸ ਤਰ੍ਹਾਂ ਕਰਦੇ, ਇਸ ਤਰ੍ਹਾਂ ਕਰਦੇ ਆ। ਤਾਂ ਉਹ ਵੀ ਗਲਤ ਸੀਗਾ। ਤਾਂ ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚੋਂ, ਹਾਲਾਂਕਿ ਕਥਿਤ ਤੌਰ ਤੇ ਮੈਂ ਕਹਿ ਰਿਹਾ ਕਿ ਉਹਨਾਂ ਦੇ ਵਿੱਚੋਂ ਕੁਛ ਦੋਸ਼ੀ ਜਿਹੜੇ ਮੁਸਲਮਾਨ ਦੱਸੇ ਜਾ ਰਹੇ ਆ, ਤੇ ਲੋਕ ਉਹਨਾਂ ਨੂੰ ਆਧਾਰ ਬਣਾ ਕੇ ਹੁਣ ਦਾ ਫਿਰਕੂ ਵੰਡ ਤੇ ਵੀ ਹੋ ਗਏ ਆ ਕਿ ਇਹ ਕਰਦੇ ਆ, ਉਹ ਕਰਦੇ ਆ, ਯੋ ਕਰਦੇ ਆ, ਇਹਨਾਂ ਨੂੰ ਐਂ ਕਰ ਦਿਓ, ਇਹਨਾਂ ਨੂੰ ਉਹ ਕਰ ਦਿਓ। ਤਾਂ ਮਾਮਲਾ ਦੂਜੇ ਪਾਸੇ ਨੂੰ ਵੀ ਤੁਰ ਪਿਆ। ਜਿਵੇਂ ਆਪਾਂ ਕਠੂਆ ਵਾਲਾ ਮਾਮਲਾ ਦੇਖਿਆ ਸੀਗਾ ਕਿ ਉਦੋਂ ਇੱਕ ਧਿਰ ਜਿਹੜੀ ਆ ਉਹ ਤਣ ਗਈ ਸੀਗੀ, ਇੱਕ ਧਿਰ ਦੋਸ਼ ਲਾ ਰਹੀ ਸੀਗੀ ਕਿ ਇਹ ਕਰਦੇ, ਉਹ ਕਰਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਜੋ ਅਸਲੀ ਮੁੱਦਾ ਹੁੰਦਾ ਉਹ ਇਸ ਫਿਰਕੂ ਵੰਡ ਦੇ ਵਿੱਚ ਦਬ ਜਾਂਦਾ। ਤਾਂ ਜ਼ੁਲਮ ਨੂੰ ਜ਼ੁਲਮ ਦੇ ਤੌਰ ਤੇ ਲੈਣਾ ਚਾਹੀਦਾ, ਜ਼ਾਲਮ ਨੂੰ ਜ਼ਾਲਮ ਦੇ ਤੌਰ ਤੇ ਲੈਣਾ ਚਾਹੀਦਾ, ਚਾਹੇ ਉਹ ਕਿਸੇ ਵੀ ਮਜ਼ਹਬ ਤੋਂ ਆ। ਤਾਂ ਸਭ ਤੋਂ ਪਹਿਲਾ ਜਿਹੜਾ ਪੜਾਅ ਹੋਣਾ ਚਾਹੀਦਾ ਲੋਕਾਂ ਦਾ, ਸਮੂਹਿਕ ਤੌਰ ਤੇ ਇਹ ਮੰਗ ਹੋਣੀ ਚਾਹੀਦੀ ਆ ਕਿ ਨਿਰਭਇਆ ਕਾਂਡ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ। ਤਾਂ ਜਿਹੜਾ ਇੱਕ ਇਹ ਹੋਰ ਨਿਰਭਇਆ ਕਾਂਡ ਵਾਪਰ ਗਿਆ, ਇਨ ਬਿਟਵੀਨ ਪਤਾ ਨਹੀਂ ਕਿੰਨੇ ਕੁ ਹੋਰ ਨਿਰਭਇਆ ਕਾਂਡ ਵਾਪਰ ਚੁੱਕੇ ਆ, ਕਿ ਆਖਰ ਇਹਨਾਂ ਨੂੰ ਠੱਲ ਕਦੋਂ ਪਾਊਗੀ। ਇਹਨਾਂ ਦੋਸ਼ੀਆਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਮਿਸਾਲੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ, ਇਹ ਮੰਗ ਹੋਣੀ ਚਾਹੀਦੀ ਹੈ। ਆਹ ਜਿਹੜੀ ਫਿਰਕੂ ਵੰਡ ਹੈ ਕਿ ਫਲਾਂ ਕੋਈ ਮੁਸਲਮਾਨ ਹੈ, ਫਲਾਂ ਕੋਈ ਹਿੰਦੂ ਹੈ, ਨਹੀਂ ਹੈ। ਜਿਹੜਾ ਵਹਿਸ਼ੀ ਆ, ਜਿਹੜਾ ਜਨੂਨੀ ਆ, ਜਿਹੜਾ ਦਰਿੰਦਾ, ਉਹਦਾ ਕੋਈ ਮਜ਼ਹਬ ਨਹੀਂ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਘਟਾਏ ਜਾਣ ਤੇ ਕੈਪਟਨ ਨਾਖੁਸ਼, ਕੇਂਦਰ ਨੂੰ ਕੀਤੀ ਆ ਅਪੀਲ। ਹਾਂਜੀ, ਇਹਨਾਂ ਨੇ ਅਪੀਲ ਕੀਤੀ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਕਾਨੂੰਨ ਹੈਗਾ ਨਾ 2554-59 ਜਾਂ 2754-59, ਇਹ ਹੈਗਾ ਹਥਿਆਰ ਜਿੱਦਾਂ ਅਸਲਾ ਲਾਇਸੈਂਸਾਂ ਤੋਂ ਬਗੈਰ ਹੁੰਦਾ, ਜਿਹਨੂੰ ਨਜਾਇਜ਼ ਅਸਲਾ ਆਪਾਂ ਕਹਿ ਦਿੰਦੇ ਹਾਂ। ਤਾਂ ਉਹਦੇ ਤੇ ਇਹ ਕਾਨੂੰਨ ਲਾਗੂ ਹੁੰਦਾ। ਇਹ ਰਿਪਲੇਸ ਕੀਤਾ ਸੀਗਾ 1959 ਦੇ ਵਿੱਚ 1800 ਮੇਰੇ ਖਿਆਲ ਦੇ ਨਾਲ 70-72 ਦਾ ਕੋਈ ਕਾਨੂੰਨ ਸੀ, ਉਹਨੂੰ ਰਿਪਲੇਸ ਕੀਤਾ ਸੀ ਇਹਨੇ। ਤਾਂ ਹੁਣ ਕੀ ਆ ਕਿ ਇਹ ਨਵਾਂ ਕਾਨੂੰਨ ਲਿਆ ਰਹੇ ਆ ਬਹੁਤ ਜਲਦੀ। ਉਹਦੇ ਵਿੱਚ ਕੀ ਆ ਕਿ ਇੱਕ ਤੇ ਇਹ ਆ ਕਿ ਜਿੱਦਾਂ ਮੰਨ ਲਓ ਕਿਸੇ ਤੋਂ ਦੂਜੀ ਦਫਾ ਨਜਾਇਜ਼ ਅਸਲਾ ਫੜਿਆ ਜਾਂਦਾ ਤਾਂ ਉਹਦੇ ਤੇ ਮਕੋਕਾ ਵਰਗਾ ਕਾਨੂੰਨ ਲਾ ਦੇਣਗੇ। ਫਿਰ ਮੰਨ ਲਓ ਜੇ 2 ਤੋਂ ਵੱਧ ਇਕੱਠੇ, ਜਿੱਦਾਂ ਆਪਾਂ 2-4 ਜਾਣੇ ਤੁਰੇ ਜਾਂਦੇ ਆ ਤੇ ਸਾਡੇ ਸਾਰਿਆਂ ਕੋਲੋਂ ਨਜਾਇਜ਼ ਅਸਲਾ ਫੜਿਆ ਜਾਂਦਾ, ਤਾਂ ਉਹ ਵੀ ਮਕੋਕਾ ਵਰਗਾ ਹੀ ਕੇਸ ਬਣੇਗਾ। ਤਾਂ ਜਿਹਦੇ ਚ ਉਮਰ ਕੈਦ ਤੱਕ ਸਜ਼ਾ ਹੋ ਸਕਦੀ। ਅੱਜ ਦੀ ਤਾਰੀਖ ਦੇ ਵਿੱਚ ਤੇ ਇੱਥੇ ਮੈਂ ਹੁਣ ਕੀ ਕਵਾਂ ਕਿ ਛੋਟੇ ਤੋਂ ਛੋਟਾ ਬੰਦਾ ਵੀ ਨਜਾਇਜ਼ ਅਸਲਾ ਚੁੱਕੀ ਫਿਰਦਾ। ਕਿਉਂ? ਕਿਉਂਕਿ ਜ਼ਮਾਨਤ ਜਿਹੜੀ ਹੈ ਦੂਜੇ ਤੀਜੇ ਦਿਨ ਜ਼ਮਾਨਤ ਹੋ ਜਾਂਦੀ ਹੈ।
ਤਾਂ ਇਹ ਕੇਸ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਆ। ਸੋ ਇਸ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਸਖਤੀ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੇ ਮਾਓਵਾਦੀ ਆ ਉਹਨਾਂ ਨੂੰ ਨਜਾਇਜ਼ ਹਥਿਆਰ ਜਿਹੜੇ ਆ ਉਹ ਬਾਹਰਲੇ ਦੇਸ਼ਾਂ 'ਚੋਂ ਸਪਲਾਈ ਕੀਤੇ ਜਾ ਰਹੇ ਆ। ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਥਿਆਰਬੰਦ ਬਗਾਵਤਾਂ ਚੱਲਦੀਆਂ ਉਹਨਾਂ ਦਾ ਸਿਰ ਕੁਚਲਣ ਵਾਸਤੇ ਕਿਤੇ ਨਾ ਕਿਤੇ ਪਲੈਨਿੰਗ ਕਰ ਰਿਹਾ। ਫਿਰ ਇਸ ਤੋਂ ਇਲਾਵਾ ਗਨ ਕਲਚਰ ਨੂੰ ਠੱਲ ਪਾਉਣ ਵਾਸਤੇ ਵੀ ਇਹ ਸਾਰਾ ਜਿਹੜਾ ਕੀਤਾ ਜਾ ਰਿਹਾ, ਜੋ ਕਿ ਇਹਨਾਂ ਦਾ ਤਰਕ ਹੈ। ਤਾਂ ਉਹ ਸਿੱਟਾ ਕੀ ਨਿਕਲਦਾ, ਨਤੀਜਾ ਕੀ ਨਿਕਲਦਾ, ਉਹ ਤੋਂ ਬਾਅਦ ਦੀਆਂ ਗੱਲਾਂ ਨੇ। ਤਾਂ ਹੁਣ ਇੱਕ ਚੀਜ਼ ਹੋਰ ਵੀ ਸੀਗੀ ਇਹਦੇ ਵਿੱਚ, ਉਹ ਇਹ ਸੀਗੀ ਕਿ ਜਿਸ ਤਰ੍ਹਾਂ ਹੁਣ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲਾਇਸੈਂਸ ਨੇ, ਤਾਂ ਬਹੁਤ ਸਾਰੇ ਲਾਇਸੈਂਸ ਜਿਹੜੇ ਆ ਉਹ ਅੱਗੇ ਬਹੁਤ ਜ਼ਿਆਦਾ ਹਥਿਆਰਾਂ ਨੂੰ ਚੜਾਈ ਬੈਠੇ ਆ। ਮਤਲਬ ਇੱਕ ਲਾਇਸੈਂਸ ਤੇ 3-3 ਹਥਿਆਰ ਆ ਲੋਕਾਂ ਦੇ ਕੋਲ। ਤਾਂ ਇਹਦੇ ਵਿੱਚ ਕੀ ਪ੍ਰੋਵੀਜ਼ਨ ਆ, ਇਹਦੇ 'ਚ ਇਹ ਪ੍ਰਬੰਧ ਕੀਤਾ ਗਿਆ ਇਹਨਾਂ ਨੇ, ਜਿਹੜਾ ਨਵਾਂ ਕਾਨੂੰਨ ਉਹਦਾ ਖਰੜਾ ਹੈ, ਹਾਲਾਂਕਿ ਉਹ ਕਾਨੂੰਨ ਪਾਸ ਨਹੀਂ ਹੋਇਆ। ਤਾਂ ਰਾਏ ਮੰਗੀ ਗਈ ਆ, ਸਾਰੇ ਰਾਜਾਂ ਖੁੱਲ ਕੇ ਆਪੋ ਆਪਣੀ ਰਾਏ ਦਿਓ। ਤਾਂ ਉਹਦੇ ਵਿੱਚ ਕੀ ਹੋਊਗਾ ਕਿ ਇੱਕ ਲਾਇਸੈਂਸ ਤੇ ਇੱਕੋ ਅਸਲਾ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਲਿਖਿਆ ਵਾ, ਚਿੱਠੀ ਲਿਖੀ ਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਇਹਨਾਂ ਨੇ ਆਪਣਾ ਲੌਜਿਕ ਦਿੱਤਾ, ਤਰਕ ਦਿੱਤਾ ਕਿ ਇਹ ਇੱਕ ਲਾਇਸੈਂਸ ਤੇ ਇੱਕ ਹਥਿਆਰ ਨਹੀਂ ਕੀਤਾ ਜਾਣਾ ਚਾਹੀਦਾ, ਮਤਲਬ ਕਿ 3 ਤੋਂ ਘਟਾ ਕੇ 1 ਨਾ ਕੀਤਾ ਜਾਵੇ, ਕਿਉਂਕਿ ਸਾਡਾ ਸੂਬਾ ਜਿਹੜਾ ਉਹ ਸੰਵੇਦਨਸ਼ੀਲ ਸਥਾਨ ਹੈ ਤੇ ਇਹਦੇ ਇਤਿਹਾਸ ਦੇ ਮੱਦੇਨਜ਼ਰ ਇਹਨੂੰ ਇਸ ਤਰ੍ਹਾਂ ਹੀ ਰੱਖਿਆ ਜਾਣਾ ਚਾਹੀਦਾ ਹੈ। ਸੋ ਖੈਰ ਇਹਨਾਂ ਨੇ ਰਾਏ ਮੰਗੀ ਸੀਗੀ ਕੇਂਦਰ ਵਾਲਿਆਂ ਨੇ, ਤੇ ਇਹਨਾਂ ਨੇ ਰਾਏ ਦਿੱਤੀ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਠੀਕ ਆ, ਕੁਛ ਹੱਦ ਤੱਕ ਆਪਾਂ ਦੇਖ ਸਕਦੇ ਹਾਂ, ਸੋਚ ਸਕਦੇ ਹਾਂ ਕਿ ਹਥਿਆਰ ਜਿਹੜੇ ਆ ਉਹ ਜ਼ਰੂਰੀ ਹੋ ਸਕਦੇ ਆ ਡਿਫੈਂਸ ਵਾਸਤੇ। ਪਰ ਸਾਡੇ ਤੇ ਇੱਥੇ ਗਨ ਕਲਚਰ ਭਾਰੀ ਕਿੰਨਾ ਹੋ ਰਿਹਾ, ਉਹਦਾ ਨੁਕਸਾਨ ਕਿੰਨਾ ਹੋ ਰਿਹਾ। ਇੱਥੇ ਸ਼ਾਦੀ ਵਿਆਹ ਦੇ ਸਮਾਰੋਹਾਂ 'ਚ ਕਿਸ ਤਰ੍ਹਾਂ ਗੋਲੀਆਂ ਚੱਲਦੀਆਂ। ਥੋੜੇ ਦਿਨ ਪਹਿਲਾਂ ਦੀ ਆਪਾਂ ਖਬਰ ਕੀਤੀ ਸੀਗੀ, ਅਬੋਹਰ ਦੇ ਲਾਗੇ 2 ਬੰਦੇ ਮਾਰ ਦਿੱਤੇ ਗਏ ਸਨ ਵਿਆਹ ਦੇ ਵਿੱਚ। ਤਾਂ ਇਹ ਚੀਜ਼ ਵੀ ਤੁਹਾਨੂੰ ਮੱਦੇ ਨਜ਼ਰ ਰੱਖਣੀ ਪਊਗੀ। ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੇਰੇ ਖਿਆਲ ਦੇ ਨਾਲ ਚਲੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਆ, ਪਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਸ ਵੇਲੇ ਤਵੱਜੋ ਦੇਣੀ ਚਾਹੀਦੀ ਆਪਣੇ ਸੂਬੇ ਦੇ ਦੂਸਰੇ ਹਾਲਾਤਾਂ ਤੇ। ਮਤਲਬ ਕਿ ਪੱਲੇ ਤੇ ਹੈ ਨਹੀਂ ਗੀ, ਤੇ ਆਉਂਦੇ ਨੇ ਨਾ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ। ਇੱਥੇ ਜੋ ਜਲੂਸ ਨਿਕਲਿਆ ਪਿਆ ਸੂਬੇ ਦਾ, ਇਸ ਪਾਸੇ ਵੀ ਧਿਆਨ ਦੇਣ। ਮਨਸਪਤ ਇਸ ਦੇ ਕੇ ਕਦੇ ਪੱਤਰ ਲਿਖ ਦਿੱਤਾ, ਕਦੇ ਉਹ ਕਰ ਦਿੱਤਾ। ਉਹ ਜਿਵੇਂ ਆਉਂਦੇ ਹੁੰਦੇ ਰੋਟੀਆਂ ਭੰਨੇ ਡੂ ਤੇ ਰੋਟੀਆਂ ਪਕਾਵੇ ਡੂ ਤੇ ਅੰਗੀਠੀਆਂ ਭੰਨੇ 3। ਮਤਲਬ ਇਹ ਆ ਕਿ ਇੱਧਰੋਂ ਕੋਈ ਫਾਇਦਾ ਨਹੀਂ ਕਰਨਾ, ਦੂਸਰੇ ਪਾਸੇ ਉੱਥੇ ਕਿਸੇ ਨਾ ਕਿਸੇ ਨਾਲ ਇੱਟ ਖੜੀਕਾ ਲਈ ਰੱਖਣਾ। ਜੇ ਇੱਟ ਖੜੀਕਾ ਲੈਣਾ ਹੀ ਆ ਤਾਂ ਫਿਰ ਇੱਟ ਖੜੀਕਾ ਲੈਣਾ ਚਾਹੀਦਾ ਪੰਜਾਬ ਦੇ ਹਿੱਤ ਲਈ, ਪੰਜਾਬ ਦੇ ਅਧਿਕਾਰਾਂ ਲਈ, ਹੱਕ ਲਈ, ਕਿਉਂਕਿ ਆਪ ਹੀ ਤੇ ਪਿੱਟਣ ਰਹੇ ਆ ਕਿ ਦੇਖੋ ਜੀ GST ਦਾ ਸਾਡਾ ਜਿਹੜਾ ਹਿੱਸਾ ਬਣਦਾ ਸਾਨੂੰ ਦਿੱਤਾ ਨਹੀਂ ਜਾਂਦਾ। ਤੇ ਜੇ ਤੁਸੀਂ ਕਰਨਾ ਹੀ ਆ ਕੋਸ਼ਿਸ਼, ਪੁੱਤਰਾਂ ਨਾਲ ਕੱਖ ਨਹੀਂ ਬਣਦਾ। ਫਿਰ ਪੁੱਤਰ ਬਣੋ ਚੰਗੀ ਤਰ੍ਹਾਂ ਪੰਜਾਬ ਦੇ ਤੇ ਆਪਣੇ ਹੱਕ ਮੰਗੋ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਵਿਧਾਇਕ ਨੇ ਫੋਨ ਟੈਪ ਕਰਨ ਵਾਲਾ ਜਿਹੜਾ ਆ ਉਹ ਇੰਸਪੈਕਟਰ ਅੜਿੱਕੇ ਦੇ ਵਿੱਚ ਆ ਤੇ ਪਰਚਾ ਉਹਦੇ ਤੇ ਹੁਣ ਦਰਜ ਹੋਇਆ ਆ। ਹਾਂਜੀ, ਕਾਂਗਰਸੀ ਵਿਧਾਇਕ ਦਾ ਫੋਨ ਟੈਪ ਕੀਤਾ ਸੀਗਾ ਜਿਸ ਨੇ, ਉਸ ਇੰਸਪੈਕਟਰ ਨੂੰ ਕੜਿੱਕੀ 'ਚ ਇਹਨਾਂ ਨੇ ਫਸਾ ਲਿਆ। ਉਹਦੇ ਖਿਲਾਫ FIR ਦਰਜ ਕਰ ਦਿੱਤੀ ਗਈ ਹੈ। ਦੋਸ਼ ਲਾਇਆ ਗਿਆ ਕਿ ਉਹਨੇ 30 ਲੱਖ ਰੁਪਈਆ ਰਿਸ਼ਵਤ ਮੰਗੀ ਸੀਗੀ। ਤਾਂ ਹੁਣ ਜੋ ਪਟਿਆਲੇ ਦਾ ਸਿਵਲ ਲਾਈਨ ਥਾਣਾ, ਉਹਦੇ ਵਿੱਚ ਧਾਰਾ 342, 365, 379B, 399, 120B ਦਾ ਇੱਕ ਮਾਮਲਾ ਦਰਜ ਕਰ ਲਿਆ ਗਿਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖੁੱਲੀ ਕਿਤਾਬ ਵਰਗਾ ਮਾਮਲਾ ਹੈ। ਤੁਹਾਨੂੰ ਯਾਦ ਹੋਣਾ ਕਿ ਪਟਿਆਲਾ ਜ਼ਿਲ੍ਹੇ ਦੇ ਕੁਛ ਵਿਧਾਇਕ ਜਿਹੜੇ ਉਹ ਬਗਾਵਤ ਤੇ ਉਤਰੇ ਪਏ ਸਨ, ਔਰ ਉਹਨਾਂ ਦੇ ਵਿੱਚੋਂ ਇੱਕ ਵਿਧਾਇਕ ਇਸ ਤਰ੍ਹਾਂ ਦਾ ਸੀਗਾ, ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਲਾਲ ਸਿੰਘ ਦਾ, ਕਿਉਂਕਿ ਉਹਨਾਂ ਦਾ ਬੇਟਾ ਹੀ ਉਹ ਵਿਧਾਇਕ ਆ ਜਿਹਨੇ ਦੋਸ਼ ਲਾਏ ਸੀਗੇ ਕਿ ਸਾਡਾ ਫੋਨ ਜਿਹੜਾ ਰਿਕਾਰਡ ਕੀਤਾ ਗਿਆ, ਟੈਪ ਕੀਤਾ ਗਿਆ। ਪਹਿਲਾਂ ਤੇ ਇਹ ਫਰਕ ਵੀ ਇੱਕ ਕਰ ਲੈਣਾ ਚਾਹੀਦਾ ਨਾ ਕਿ ਫੋਨ ਟੈਪ ਤੇ ਰਿਕਾਰਡਿੰਗ ਤੇ ਅੱਜ ਕੱਲ੍ਹ ਜਣਾ ਖਣਾ ਕਰੀ ਜਾਂਦਾ। ਹੋ ਸਕਦਾ ਜਦੋਂ ਆਪਾਂ ਬੋਲ ਰਹੇ ਹਾਂ ਕੁਛ ਲੋਕ ਉਦੋਂ ਵੀ ਰਿਕਾਰਡ ਕਰ ਰਹੇ ਹੋਣ, ਕਿਉਂਕਿ ਅੱਜ ਕੱਲ੍ਹ ਨੁਕਸ ਲੱਭੇ ਜਾਂਦੇ, ਰਿਕਾਰਡਿੰਗਾਂ ਚੱਲਦੀਆਂ ਰਹਿੰਦੀਆਂ। ਇਹ ਇੱਥੇ ਤੇ ਰਿਸ਼ਤੇਦਾਰਾਂ ਦੀਆਂ ਰਿਕਾਰਡਿੰਗਾਂ ਕਰੀ ਜਾਂਦੇ ਆ ਲੋਕ, ਤੇ ਮਾੜਾ ਮੋਟਾ ਕਿਤੇ ਸੂਤ ਆ ਗਿਆ ਤੇ ਰਿਕਾਰਡਿੰਗ ਕੱਢ ਕੇ ਵਾਇਰਲ ਕਰ ਦਿਆਂਗੇ। ਰਿਕਾਰਡਿੰਗ ਹੋਰ ਚੀਜ਼ ਹੈ ਕਿ ਫੋਨ ਟੈਪ ਕਰਨਾ, ਮਤਲਬ ਕਿ ਤੁਸੀਂ ਕਿਸ ਨੂੰ ਕਾਲ ਕਰ ਰਹੇ ਹੋ, ਕਿਸ ਵੇਲੇ ਕਾਲ ਕਰ ਰਹੇ ਹੋ, ਜਿਸ ਨੂੰ ਵੀ ਕਰ ਰਹੇ ਹੋ, ਸਾਰੀ ਰਿਕਾਰਡਿੰਗ ਗੱਲਬਾਤ ਤੁਹਾਡੀ ਹੋ ਰਹੀ ਹੈ। ਇਹ ਚੀਜ਼ ਹੁੰਦੀ ਆ। ਤਾਂ ਇਹ ਹੁਣ ਪਤਾ ਨਹੀਂ ਲੱਗਿਆ, ਕਿਉਂਕਿ ਗੱਲ ਜਿਹੜੀ ਹੈ ਉਹ ਦਬੜੂ ਕੁਸੜੂ ਜਿਹੇ 'ਚ ਚਲੇ ਗਈ। ਗੱਲ ਜਿਹੜੀ ਆ ਉਹ ਰੌਲੇ ਰੱਪੇ 'ਚ ਦਬ ਗਈ ਆ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਉਸ ਇੰਸਪੈਕਟਰ ਨੇ, ਵਿਜੇ ਕੁਮਾਰ ਜੀ ਦਾ ਨਾਮ ਆ, ਉਹਨੇ ਸਾਨੂੰ ਖੁਦ ਕਿਹਾ ਕਿ ਫੋਨ ਮੈਂ ਰਿਕਾਰਡ ਕੀਤਾ ਤੁਹਾਡਾ, ਤੇ ਰਿਕਾਰਡਿੰਗ ਜ਼ਰੂਰੀ ਹੈ। ਹੁਣ ਕਿਸੇ ਨੇ ਇਹ ਨਹੀਂ ਪੁੱਛਿਆ, ਉਸ ਇੰਸਪੈਕਟਰ ਦਾ ਪੱਖ ਹੀ ਨਹੀਂ ਪੁੱਛਿਆ ਕਿ ਹਾਂ ਭਾਈ ਉਹਨੇ ਰਿਕਾਰਡਿੰਗ ਕਾਹਦੇ ਲਈ ਕੀਤੀ ਆ। ਹੋ ਸਕਦਾ
ਉਹਦੇ ਤੇ ਕੋਈ ਦਬਾਅ ਪਾਇਆ ਜਾਂਦਾ ਹੋਵੇ ਖਾਸ ਤੌਰ ਤੇ ਕਿਸੇ ਵਿਸ਼ੇਸ਼ ਮਾਮਲੇ ਦੇ ਵਿੱਚ, ਤਾਂ ਉਹਨੇ ਤਾਂ ਰਿਕਾਰਡਿੰਗ ਕੀਤੀ ਆ। ਤਾਂ ਮੇਰੇ ਖਿਆਲ ਦੇ ਨਾਲ ਪੱਖ ਸੁਣ ਲੈਣਾ ਚਾਹੀਦਾ ਸੀ। ਕਿਉਂਕਿ ਹੁਣ ਇੱਕ ਤੇ ਮੁੰਡਾ ਹੈ ਜਿਹੜਾ ਉਹ ਲਾਲ ਸਿੰਘ ਦਾ, ਤੇ ਦੂਜੀ ਗੱਲ ਇਹ ਆ ਕਿ ਉਹ ਸਾਰੇ ਤੇਵਰਾਂ 'ਚ ਆਏ ਪਏ, ਜਿੱਦਾਂ ਮਦਨ ਲਾਲ ਜਮਾਲਪੁਰ ਆ, ਜਿੱਦਾਂ ਹਰਦਿਆਲ ਕੰਬੋਜ ਆ, ਨਿਰਮਲ ਸਿੰਘ ਸ਼ਤਰਾਣੇ ਵਾਲਾ। ਤਾਂ ਕਿਤੇ ਨਾ ਕਿਤੇ ਸਰਕਾਰ ਨੇ ਉਹ ਲੱਗਦਾ ਕਿ ਮੌਕਾ ਸੰਭਾਲਿਆ। ਉਸ ਥਾਣੇਦਾਰ ਨੂੰ ਮੈਂ ਕਲੀਨ ਚਿੱਟ ਨਹੀਂ ਦੇ ਸਕਦਾ, ਉਸ ਥਾਣੇਦਾਰ ਨੂੰ ਮੈਂ ਦੋਸ਼ੀ ਨਹੀਂ ਕਰਾਰ ਦੇ ਸਕਦਾ, ਕਿਉਂਕਿ ਆਪਾਂ ਕੋਈ ਅਥਾਰਟੀ ਨਹੀਂ ਹੈ। ਪਰ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਸਾਰੇ ਖਿਲਾਰੇ ਨੂੰ ਸਮੇਟਿਆ ਗਿਆ, ਉਹਦੇ 'ਚ ਸਵਾਲ ਹਾਲੇ ਬਹੁਤ ਸਾਰੇ ਸੁਲਝਦੇ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਠੋਕਿਆ ਪੰਜਾਬ ਦੀਆਂ ਬੱਸਾਂ ਨੂੰ ਜੁਰਮਾਨਾ। ਇਹ ਕਦੇ ਕਦੇ ਬੰਦਿਆਂ ਨੂੰ ਠੋਕ ਦਿੰਦੀਆਂ, ਕਈ ਵਾਰ ਫਿਰ ਇਹਨਾਂ ਨੂੰ ਵੀ ਟੱਕਰ ਜਾਂਦੇ ਅੱਗੋਂ, ਜੁਰਮਾਨਾ ਵੀ ਠੋਕ ਦਿੰਦੇ ਆ। ਸੋ ਇਹ 1-1 ਲੱਖ ਰੁਪਈਏ ਦਾ ਚਲਾਨ ਕੱਟਿਆ ਗਿਆ ਵਾ। NGT ਨੇ ਕੱਟਿਆ ਬੁੱਧਵਾਰ ਨੂੰ। ਪੰਜਾਬ ਰੋਡਵੇਜ਼ ਦੀਆਂ 2 ਬੱਸਾਂ ਦਾ ਚਲਾਨ ਹੋਇਆ ਤੇ ਪ੍ਰਦੂਸ਼ਣ ਦਾ ਚਲਾਨ ਹੋਇਆ ਦਿੱਲੀ ਦੇ ਵਿੱਚ। ਇਹ ਮੈਨੂੰ ਲੱਗਦਾ ਪੰਜਾਬ ਦੇ ਭੁਲੇਖੇ ਤੁਰੇ ਫਿਰਦੇ, ਇੱਥੇ ਤੇ ਉਹ ਕਾਨੂੰਨ ਲਾਗੂ ਨਹੀਂ ਨਾ ਹੋਇਆ ਜਿਹਦੇ ਤਹਿਤ ਚਲਾਨ ਦੀਆਂ ਦਰਾਂ ਵਧੀਆਂ ਨੇ। ਤਾਂ ਸਾਡੇ ਪੰਜਾਬੀ ਤਾਂ ਭੁੱਲੇ ਹੀ ਪਏ ਕਿ ਚਲਾਨ ਮਹਿੰਗੇ ਹੋਏ, ਤੇ ਕਹਿੰਦੇ ਕਿ ਚਲਾਨ ਵਾਲਾ ਚਲਾਵਾਂ ਜਿਹਾ ਹੀ ਕੰਮ ਹੈ, ਕੋਈ ਚੱਕਰ ਨਹੀਂ ਹੈਗਾ, ਲੱਗੀ ਫੱਬੀ ਆ। ਤੇ ਹੋ ਸਕਦਾ ਬੱਸਾਂ ਵਾਲੇ ਵੀ ਰੋਡਵੇਜ਼ ਵਾਲੇ ਵੀ ਭੁਲੇਖੇ 'ਚ ਤੁਰੇ ਫਿਰਦੇ ਹੁਣ। ਖੈਰ ਜੋ ਵੀ ਆ, ਦਿੱਲੀ ਵਾਲਿਆਂ ਨੇ ਦਿਨੇ ਤਾਰੇ ਦਿਖਾ ਦਿੱਤੇ, ਇਹਨਾਂ ਨੂੰ ਲੱਖ ਰੁਪਈਏ ਦਾ ਕੱਟ ਕੇ ਫਰਲਾ ਉਹਨਾਂ ਨੇ ਕਲੀ ਤੇ ਧਰ ਦਿੱਤਾ ਕਿ ਲਓ ਭਾਈ ਆਪਦੇ ਮਾਲਕਾਂ ਨੂੰ ਦੇ ਦਿਓ ਜਾ ਕੇ ਚੁੱਪ ਕਰਕੇ। ਤੇ ਇਹ ਹੁਣ ਕਹਿੰਦੇ ਆ ਕਿ ਜੀ ਅਸੀਂ ਇਹਦੇ ਬਾਬਤ ਰਿਵਿਊ ਪਟੀਸ਼ਨ ਪਾਵਾਂਗੇ, ਫਲਾਹ ਕਰਾਂਗੇ, ਧਮਕਾ ਕਰਾਂਗੇ। ਪਰ ਮੇਰੇ ਖਿਆਲ ਦੇ ਨਾਲ ਗੱਲ ਹੁਣ ਬਣਨੀ ਨਹੀਂ। ਤੁਹਾਨੂੰ ਪਤਾ ਹੀ ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਉਹ ਵੀ ਪੰਜਾਬ ਦਾ ਨਾਂ ਸੁਣ ਕੇ ਤੱਤਾ ਹੋ ਜਾਂਦਾ, ਪਰਾਲੀ ਦਾ ਸੇਕ ਲਿਊਗਾ ਉਹ ਤੇ ਉਦਾਂ ਹੀ ਤੱਤਾ ਹੋ ਜਾਂਦਾ। ਸੋ ਕਾਫੀ ਵੱਡਾ ਜੁਰਮਾਨਾ। ਪਰ ਇੱਕ ਚੀਜ਼ ਇਹਦੇ ਨਾਲ ਸਾਫ਼ ਹੋ ਜਾਂਦੀ ਆ ਕਿ ਇਹ ਜਿਹੜੀਆਂ ਰੋਡਵੇਜ਼ ਦੀਆਂ ਲਾਰੀਆਂ ਧੱਕਾ ਲਾਉਣ ਸਵਾਰੀਆਂ ਜਿਹਦੇ ਬਾਰੇ ਗੱਲ ਕਹੀ ਜਾਂਦੀ ਹੈ ਕਿ ਇਹ ਧੱਕੇ ਨਾਲ ਹੀ ਚੱਲਦੀਆਂ ਨੇ। ਇੱਥੇ ਵੀ ਫਿਰ ਤੁਸੀਂ ਇਹ ਦੇਖ ਲਓ ਕਿ ਦਿੱਲੀ 'ਚ ਜਿਹੜੀਆਂ ਐਂਟਰ ਹੁੰਦੀਆਂ ਨੇ ਬੱਸਾਂ, ਉਹਨਾਂ ਦੇ ਕੋਲ ਹੀ ਕਾਗਜ਼ ਪੂਰੇ ਨਹੀਂ, ਤੇ ਜਿਹੜੀਆਂ ਪੰਜਾਬ 'ਚ ਚੱਲਦੀਆਂ ਹੋਣੀਆਂ ਉਹਨੂੰ ਕਿਹਨੇ ਪੁੱਛਣਾ। ਉਹਨੇ ਕਿ ਹਵੇਲੀ ਨਹੀਂ ਹੈ ਬਾਕਰ ਦੀ ਤੇ ਵਿੱਚ ਸਲੇਮੋ ਆਕੜ ਦੀ। ਇੱਥੇ ਤਾਂ ਫਿਰ ਹਵੇਲੀ ਨਹੀਂ ਹੈ ਬਾਕਰ ਦੀ ਆ, ਸਲੇਮੋ ਨੇ ਤੇ ਆਕੜ ਨੇ ਜੇ ਕੋਈ ਰੋਕੋ ਰੱਖੇ ਸਰਕਾਰੀ ਬੱਸ ਆ। ਤੇ ਕਹਿਣ ਦਾ ਮਤਲਬ ਹੈ ਕਿ ਕਾਗਜ਼ਾਤ ਪੂਰੇ ਨਹੀਂ ਹੈ। ਤੇ ਦੂਜੀ ਗੱਲ ਆ ਕਿ ਪ੍ਰਦੂਸ਼ਣ ਵਾਲਾ ਵੀ ਇੱਕ ਬੜਾ, ਮੈਂ ਕਹੂੰਗਾ ਕਿ ਪ੍ਰਦੂਸ਼ਣ ਹੀ ਆ। ਲਪਟਾਂ ਮਾਰਦੀ ਜਾਂਦੀ ਹੁੰਦੀ ਹੈ ਗੱਡੀ ਧੂੰਏ ਦੀ, ਲਪਟਾਂ, ਤੇ ਉਹ ਕੋਈ ਖਿਲਾਰ ਕੇ ਪੁੱਛੇ ਤੇ ਕਹਿੰਦੇ ਜੀ ਪ੍ਰਦੂਸ਼ਣ ਹੈਗਾ, ਕਿਉਂਕਿ 150 ਦਾ ਬਣ ਜਾਂਦਾ, ਜਿੱਥੋਂ ਮਰਜ਼ੀ ਬਣਾ ਲਓ। ਉਹ ਸ਼ਾਇਦ ਕਹਿੰਦੇ ਕਿ ਪ੍ਰਦੂਸ਼ਣ ਕਰਨ ਦਾ ਹੀ ਹੈਗਾ ਸਾਡੇ ਕੋਲ ਸਰਟੀਫਿਕੇਟ ਆ, 150 'ਚ ਬਣਾਇਆ ਜੇ ਅਸੀਂ। ਸੋ ਇਹ ਵੀ ਇੱਕ ਪੈਮਾਨਾ ਜਿਹੜਾ ਵੱਖਰਾ ਹੀ ਆ, ਕੋਈ ਚੈੱਕ ਚੁੱਕ ਨਹੀਂ ਕਰਦਾ, ਕੋਈ ਕੁਛ ਨਹੀਂ ਹੈ। ਜਿਹੜੇ ਆਥੋਰਾਈਜ਼ਡ ਹੁੰਦੇ ਆ 150 ਰੁਪਈਏ 'ਚ ਪੋਲਿਊਸ਼ਨ ਸਰਟੀਫਿਕੇਟ ਕੱਟ ਕੇ ਤੇ ਹੱਥ 'ਚ ਫੜਾ ਦਿੰਦੇ ਕਿ ਜਾਓ, ਤੁਹਾਨੂੰ ਕੋਈ ਨਹੀਂ ਰੋਕਦਾ। ਖੈਰ ਹੁਣ ਇਹਨਾਂ ਨੂੰ ਰੋਕਿਆ ਤੇ ਇਹਨਾਂ ਉੱਤੇ ਚੰਗੀ ਤਰ੍ਹਾਂ ਦੰਦਲ ਪਾਈ ਹੈ ਉਹਨਾਂ ਨੇ ਲੱਖ ਰੁਪਈਏ ਦੀ। ਵੇਖਦੇ ਆ ਕਿ ਇਹ ਜੁਰਮਾਨਾ ਘਟਦਾ ਜਾਂ ਜੁਰਮਾਨਾ ਜਿਹੜਾ ਉਹ ਤਾਰਿਆ ਜਾਂਦਾ ਹੈ। ਜੀ ਜੀ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਿਓ ਵੀ ਅੱਜ ਸ਼ੁੱਕਰਵਾਰ ਦਾ ਦਿਨ ਆ, ਸੋ ਤੁਹਾਡੀਆਂ ਵੀ ਜਿਹੜੀਆਂ ਕਾਲਸ ਆਉਣ ਲਈਆਂ ਜਾਣਗੀਆਂ। ਇੱਕ ਦੀ ਜਿਹੜੀ 1-2 ਖਬਰਾਂ ਹੋਰ ਕਰਕੇ ਫਿਰ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਸਰੋਤੇ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਜਿਹੜਾ ਫਾਸਟ ਟੈਗ ਆ, ਕਹਿੰਦੇ ਉਸ ਤੋਂ ਥੋੜ੍ਹੀ ਦੇਰ ਦੇ ਲਈ ਲੋਕਾਂ ਨੂੰ ਮਿਲੀ ਆ ਹੁਣ ਰਾਹਤ। ਸਾਡੇ ਮੁਲਕ ਦੇ ਲੋਕ ਤੇ ਮੈਨੂੰ ਲੱਗਦਾ ਲਾਈਨਾਂ ਜੋਗੀ ਰਹਿ ਗਏ ਆ ਹੁਣ। ਫਾਸਟ ਟੈਗ ਦੇ ਜਿੱਥੇ ਜਿੱਥੇ ਹੈਗੇ ਕਾਊਂਟਰ ਜੇ, ਉੱਥੇ ਲੰਮੀਆਂ ਲਾਈਨਾਂ ਲੱਗੀਆਂ ਨੇ। ਮੈਂ ਥੋੜੇ ਦਿਨ ਪਹਿਲਾਂ ਜਾ ਕੇ ਆਇਆ ਚੰਡੀਗੜ੍ਹ ਬੰਨੀ, ਤੇ ਉਦਣ ਹੀ ਲੋਕ ਲਾਈਨਾਂ 'ਚ ਲੱਗੇ ਸੀਗੇ। ਤੇ 31 ਦਸੰਬਰ ਤੱਕ ਆਖਰੀ ਡੇਟ ਸੀਗੀ। ਹੁਣ ਤੇ ਜ਼ਿਆਦਾ ਵੱਡੀਆਂ ਲਾਈਨਾਂ ਹੋ ਗਈਆਂ ਹੋਣੀਆਂ, ਕਦੇ ਨੋਟਬੰਦੀ ਦੀ ਲਾਈਨ, ਕਦੇ ਫਲਾਂ ਦੀ ਲਾਈਨ, ਕਦੇ ਫਾਸਟ ਟੈਗ ਦੀ ਲਾਈਨ। ਆਉਣ ਵਾਲੇ ਦਿਨਾਂ 'ਚ ਕਹਿੰਦੇ ਆ ਕਿ ਦੇਸ਼ ਦੇ ਵਿੱਚ NRC ਵੀ ਲਾਗੂ ਕਰ ਦਿਆਂਗੇ, ਤੇ ਉਦੋਂ ਦੇਖੋ ਕੀ ਭੁਚਾਲ ਪੈਂਦਾ ਇਸ ਮੁਲਕ ਦੇ ਵਿੱਚ। ਤਾਂ ਖੈਰ ਹੁਣ ਇਹ ਜਿਹੜਾ ਫਾਸਟ ਟੈਗ ਦਾ ਮਾਮਲਾ ਹੈ ਉਹ ਇਹ ਆ ਕਿ ਉਹ ਜਿੱਦਾਂ ਚਿੱਪ ਜੀ ਲਾ ਦਿੰਦੇ ਆ ਮੂਹਰੇ, ਤੇ ਫਿਰ ਜਦੋਂ ਵੀ ਤੁਸੀਂ ਕਿਸੇ ਟੋਲ ਪਲਾਜ਼ੇ ਤੋਂ ਗੁਜ਼ਰਨਾ ਵਾ, ਉਹ ਆਪਣੇ ਆਪ ਹੀ ਤੁਹਾਡੇ ਪੈਸੇ ਜਿਹੜੇ ਕੱਟੇ ਜਾਣੇ ਆ, ਤੇ ਤੁਹਾਡੇ ਫਾਟਕ ਖੁੱਲ੍ਹਦੇ ਜਾਣੇ ਆ। ਗੱਡੀ ਖਿਲਾਰਨ ਦੀ ਲੋੜ ਨਹੀਂ ਹੈ, ਐਵੇਂ ਮੱਥਾ ਖਪਾਈ ਕਰਨ ਦੀ ਲੋੜ ਨਹੀਂ। ਇਹਨਾਂ ਦਾ ਤਰਕ ਹੈ ਕਿ ਟਾਈਮ ਵੀ ਬਚੂਗਾ, ਪ੍ਰਦੂਸ਼ਣ ਵੀ ਘੱਟ ਹੋਊਗਾ, ਫਿਊਲ ਵੀ ਘੱਟ ਮਚੂਗਾ, ਫਲਾਂ ਟਮਕਾਂ, ਮਤਲਬ ਕਿ ਮੈਨ ਪਾਵਰ ਦੀ ਵੀ ਲੋੜ ਘੱਟ ਪਊਗੀ। ਸੋ ਇਸ ਤਰ੍ਹਾਂ ਦੇ ਤਰਕ ਨੇ ਸਰਕਾਰੀ ਨੀਤੀ ਦੇ। ਤਾਂ ਇਸ ਤੋਂ ਬਾਅਦ 31 ਦਸੰਬਰ ਤੱਕ ਇਹਨਾਂ ਨੇ ਮਿਆਦ ਮਿੱਥੀ ਸੀਗੀ ਕਿ ਸਭ ਨੂੰ ਫਾਸਟੈਗ ਜਿਹੜਾ ਉਹ ਲੈਣਾ ਪਊਗਾ, ਤੇ ਜੇ ਕੋਈ ਨਿੱਥੀ ਤਰੀਕ ਤੋਂ ਬਾਅਦ ਫਾਸਟੈਗ ਤੋਂ ਬਿਨਾਂ ਲੰਘਿਆ ਫਿਰ ਉਹਨੂੰ
ਉਸ ਟੋਲ ਪਲਾਜ਼ੇ ਤੇ ਦੁੱਗਣਾ ਚਾਰਜ ਤਾਰਨਾ ਪਊਗਾ। ਮਤਲਬ ਕਿ ਜਿਹੜੇ ਚਾਰਜਸ ਨੇ ਉਹ ਦੁੱਗਣਾ ਚਾਰਜ ਜਿਹੜਾ ਉਹਦੇ ਤੋਂ ਕੀਤਾ ਜਾਊਗਾ। ਤਾਂ ਇਹਦੇ ਚ ਕੀ ਸੀਗਾ ਕਿ ਬਹੁਤੇ ਲੋਕਾਂ ਨੂੰ ਤੇ ਪਿੰਡਾਂ ਚ ਪਤਾ ਨਹੀਂ ਲੱਗਣ ਡਿਆ ਕਿ ਇਹ ਬਲਾ ਕੀ ਆ। ਉਹ ਇੱਕ ਦੂਜੇ ਤੋਂ ਪੁੱਛਦੇ ਫਿਰਦੇ ਆ ਕਿ ਆਹ ਫਾਸਟ ਟੈਗ ਜਿਹਾ ਜੀ ਕਿੱਥੋਂ ਮਿਲਣਾ। ਕੋਈ ਹੁਣ ਪੜ੍ਹਿਆ ਲਿਖਿਆ ਤੇ ਬੰਦਾ ਲੱਭ ਲੈਂਦਾ, ਗੂਗਲ ਤੋਂ ਸਰਚ ਕਰ ਲੈਂਦਾ, ਹੈਲਪਲਾਈਨ ਤੇ ਗੱਲਬਾਤ ਕਰ ਲੈਂਦਾ। ਪਰ ਜਿਹੜੇ ਆਪਣੇ ਵਰਗੇ ਸਧਾਰਨ ਪਰਿਵਾਰਾਂ ਦੇ ਵਿੱਚੋਂ ਕਈਆਂ ਨੂੰ ਉਹ ਨਹੀਂ ਪਤਾ ਲੱਗ ਰਿਹਾ ਕਿ ਫਾਸਟ ਟੈਗ ਚੀਜ਼ ਕੀ ਆ, ਕਿੱਥੋਂ ਮਿਲਣਾ। ਫਿਰ ਸਭ ਤੋਂ ਵੱਡੀ ਦਿੱਕਤ ਆ ਕਿ ਰੀਚਾਰਜ ਕਿਸ ਤਰ੍ਹਾਂ ਹੋਣਾ। ਮੰਨ ਲਓ ਇੱਕ ਵਾਰੀ ਤੇ ਚਲੋ ਲੈ ਲਿਆ, ਬਾਅਦ ਚ ਇਹਦੇ ਚ ਪੈਸੇ ਕਿੱਥੋਂ ਪਾਉਣੇ ਆ। ਮਤਲਬ ਕਿ ਹੁਣ ਜਿੱਦਾਂ ਮੋਬਾਈਲ ਚ ਤੇ ਬੰਦਾ ਜਾ ਕੇ ਦੁਕਾਨ ਤੇ ਤੁਰਿਆ ਜਾਂਦਾ ਕਿ 100 ਰੁਪਇਆ ਪਾ ਦੇ ਯਾਰ, ਤੇ ਇਹ ਪੈਣੇ ਕਿੱਥੋਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਸੋ ਇਸ ਤਰ੍ਹਾਂ ਦੀਆਂ ਕਈ ਖਾਮੀਆਂ ਸਨ ਜਿਨ੍ਹਾਂ ਦੇ ਮੱਦੇ ਨਜ਼ਰ ਹੁਣ ਇਹਨਾਂ ਨੇ ਇਹ ਮਿਆਦ ਜਿਹੜੀ 1 ਦਸੰਬਰ ਵਾਲੀ ਆ ਉਹ ਵਧਾ ਕੇ ਕਰ ਦਿੱਤੀ ਆ 15 ਦਸੰਬਰ ਤੱਕ। ਤਾਂ ਐਕਸਟਰਾ 15 ਦਿਨ ਮਿਲ ਗਏ ਆ ਲੋਕਾਂ ਨੂੰ ਕਿ ਤੁਸੀਂ ਉਦੋਂ ਤੱਕ ਫਾਸਟ ਟੈਗ ਆਪਣਾ ਜਿਹੜਾ ਗੱਡੀ ਤੇ ਲਵਾ ਲਓ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਪਾਕਿਸਤਾਨ ਕਬੱਡੀ ਟੀਮ ਦੇ ਉੱਤੇ ਹੱਲੇ ਵੀ ਭੰਬਲ ਭੂਸਾ ਹੀ ਆ। ਦੇਖੋ ਉਹ ਕਹਿੰਦੇ ਨਾ ਕਿ ਮਾਂ ਮੋਈ ਫੋਸੀ ਫੋਸੀ ਤੇ ਪੁੱਤ ਘੀਰੇ ਮਿੰਸੇ, ਆਹ ਹਾਲ ਆ। ਤੇ ਆਪ ਇੱਥੇ ਕੁਰਲਾਈ ਜਾਂਦੇ ਜੀ ਸਾਡੇ ਕੋਲ ਕੱਖ ਨਹੀਂ, ਅਸੀਂ ਤੇ ਬੁਰੇ ਫਸੇ ਪਏ ਆ, ਇਹ ਹੋ ਗਿਆ ਵੋ ਹੋ ਗਿਆ ਜੋ ਹੋ ਗਿਆ। ਨਾਲ ਹੁਣ ਕਬੱਡੀ ਦਾ ਟੂਰਨਾਮੈਂਟ ਰੱਖ ਦਿੱਤਾ। ਤੇ ਇਹ ਉਹੀ ਲੋਕ ਨੇ ਜਿਹੜੇ ਆਂਦੇ ਸੀਗੇ ਕਿ ਠੁਮਕਿਆਂ ਦੇ ਪੈਸੇ ਦਿੰਦੇ ਆ, ਕਬੱਡੀ ਤੇ ਪੈਸੇ ਬੇਕਾਰ ਕਰਦੇ। ਸੁਖਬੀਰ ਸਿੰਘ ਬਾਦਲ ਆਪਣੀ PR ਕਰਦਾ ਕਬੱਡੀ ਦੇ ਬਹਾਨੇ ਫਲਾਂ ਟਮਕਾ। ਉਹ ਮਤਲਬ ਕਿ ਜਿਹੜੇ ਲੋਕ ਸੰਸਾਰ ਕੱਪ ਕਬੱਡੀ ਟੂਰਨਾਮੈਂਟ ਨੂੰ ਉਦੋਂ ਨਿੰਦਦੇ ਹੁੰਦੇ ਸੀ, ਉਹਨਾਂ ਨੇ ਹੁਣ ਸੰਸਾਰ ਕੱਪ ਰੱਖ ਲਿਆ। ਤਾਂ ਇਹਦੇ ਵਿੱਚ 9 ਟੀਮਾਂ ਮੇਰੇ ਖਿਆਲ ਦੇ ਨਾਲ ਪਾਰਟੀਸਪੇਟ ਕਰਨਗੀਆਂ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦਾ ਨਾਂ ਹੈ। ਤੇ ਵੈਸੇ ਵੀ ਜਦੋਂ ਤੁਸੀਂ ਸੰਸਾਰ ਪੱਧਰ ਦਾ ਕੋਈ ਕਬੱਡੀ ਟੂਰਨਾਮੈਂਟ ਉਲੀਕੋਗੇ ਤੇ ਉਹਦੀ ਕਲਪਨਾ ਪਾਕਿਸਤਾਨ ਤੋਂ ਬਿਨਾਂ ਤੇ ਕੀਤੀ ਨਹੀਂ ਜਾ ਸਕਦੀ, ਕਿਉਂਕਿ 2 ਹੀ ਟੀਮਾਂ ਨੇ, ਬਾਕੀ ਤੇ ਐਵੇਂ ਖਾਨਾ ਪੂਰਤੀਆਂ ਹੁੰਦੀਆਂ, ਜਾਂ US ਲਾ ਲਓ ਜਾਂ ਮਾੜੀ ਮੋਟੀ UK ਜਾਂ ਕੈਨੇਡਾ ਦੀਆਂ ਕੋਈ ਟੀਮਾਂ ਮਾੜਾ ਮੋਟਾ ਮੁਕਾਬਲਾ ਚ ਦਿੰਦੀਆਂ ਨੇ। ਬਾਕੀ ਤੇ ਉਹ ਸਾਰੇ ਜਿਹੜੇ ਹੁੰਦੇ ਆ ਵਿਚਾਰੇ ਨਾਗ ਹੁੰਦੇ ਆ। ਕੀਨੀਆਂ ਨੂੰ ਕੌਣ ਜਾਣਦਾ, ਕੀਨੀਆਂ ਨੂੰ ਸਰਕਲ ਕਬੱਡੀ ਚ। ਇਹ ਸ੍ਰੀਲੰਕਾ ਜੀ, ਅਰਜਨਟਾਈਨਾ ਜੀ, ਫਲਾਂ ਟਮਕਾ, ਪਤਾ ਨਹੀਂ ਕਿੱਥੋਂ ਕਿੱਥੋਂ ਟੀਮਾਂ ਇਕੱਠੀਆਂ ਕਰ ਲਿਆਉਂਦੇ। ਉਹ ਨਗ ਪੂਰਤੀ ਆ, ਖਾਨਾ ਪੂਰਤੀ ਆ। ਤੇ ਕਬੱਡੀ ਦਾ ਸਗੋਂ ਸਵਾਦ ਆ ਨਾ ਜਿਹੜਾ, ਉਹ ਕਿਰਕਰਾ ਹੁੰਦਾ। ਤੇ ਇਹਨਾਂ ਨੇ 9 ਐਤਕੀ ਸੱਦੀਆਂ ਨੇ ਟੀਮਾਂ, ਉਹਦੇ ਵਿੱਚ ਪਾਕਿਸਤਾਨ ਦਾ ਵੀ ਨਾਂ ਆ, ਦੂਸਰੀਆਂ ਟੀਮਾਂ ਹੋਰ ਵੀ ਆ ਕਈ, ਜਿੱਦਾਂ ਲਾ ਲਓ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਸ੍ਰੀਲੰਕਾ, USA, ਕੈਨੇਡਾ, ਇੰਗਲੈਂਡ, ਭਾਰਤ ਤੇ ਹੈਗਾ ਹੀ ਹੈਗਾ। ਤਾਂ ਇਹ ਟੀਮਾਂ ਜਿਹੜੀਆਂ ਨੇ ਉਹ ਤੇ ਸਾਰੀਆਂ ਕਲੀਅਰ ਆ ਕਿ ਆਉਣ ਜਾਣਗੀਆਂ ਸਿਵਾਏ ਪਾਕਿਸਤਾਨ ਤੋਂ, ਕਿਉਂਕਿ ਪਾਕਿਸਤਾਨ ਨੂੰ ਇਹਨਾਂ ਨੇ ਸੱਦਾ ਦਿੱਤਾ ਸੀਗਾ। ਪਰ ਪਾਕਿਸਤਾਨ ਦੀ ਟੀਮ ਨੂੰ ਕਿਉਂਕਿ 1 ਤਰੀਕ ਨੂੰ ਇਹ ਟੂਰਨਾਮੈਂਟ ਸ਼ੁਰੂ ਆ ਤੇ ਦਿਨ ਵਿੱਚ ਰਹਿ ਗਿਆ ਸਮਝ ਲਓ ਕਿ 1 ਹੀ, ਹਾਲੇ ਤੱਕ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਪਾਕਿਸਤਾਨੀ ਖਿਡਾਰੀਆਂ ਨੂੰ। ਤਾਂ ਗੱਲ ਜਿਹੜੀ ਆ ਉਹ ਅੱਧ ਵਿਚਾਲੇ ਲਟਕੀ ਪਈ ਆ, ਭੰਬਲ ਭੂਸਾ ਬਣਿਆ ਪਿਆ ਕਿ ਕੀ ਪਾਕਿਸਤਾਨੀ ਖਿਡਾਰੀ ਆ ਜਿਹੜੇ ਉਹ ਇੱਧਰ ਆ ਕੇ ਖੇਡੂਗੇ ਜਾਂ ਨਹੀਂ ਖੇਡੂਗੇ। ਹਾਲਾਂਕਿ ਰਾਣਾ ਗੁਰਮੀਤ ਸੋਢੀ ਨੇ ਵੀ ਇਸ ਚੀਜ਼ ਨੂੰ ਸਪਸ਼ਟ ਨਹੀਂ ਕੀਤਾ। ਉਹ ਕਹਿੰਦੇ ਜੀ ਕਿ ਅਸੀਂ ਇੰਤਜ਼ਾਰ ਕਰਦੇ ਪਏ ਹਾਂ। ਸੋ ਬਹਰਹਾਲ ਸਾਨੂੰ ਵੀ ਇੰਤਜ਼ਾਰ ਕਰ ਲੈਣਾ ਚਾਹੀਦਾ ਕਿ ਸਰਕਾਰ ਜਿਹੜੀ ਆ ਉਹ ਵੀਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ। ਜੇ ਨਹੀਂ ਦਿੰਦੀ ਤਾਂ ਉਸ ਸੂਰਤ ਦੇ ਵਿੱਚ ਇਸ ਟੂਰਨਾਮੈਂਟ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਊਗਾ, ਇਹ ਬਹੁਤ ਵੱਡਾ ਸਵਾਲ ਰਹੇਗਾ। ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਉੱਤੇ ਫ਼ੋਨ ਨੰਬਰ ਹੈ 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ ਤਾਂ ਅੱਜ ਹੀ ਵਰਤੋ ਰੀਆ ਮਨੀ ਟ੍ਰਾਂਸਫਰ। ਬਹੁਤ ਹੀ ਤੇਜ਼, ਬਹੁਤ ਹੀ ਸੁਰੱਖਿਅਤ ਅਤੇ ਬਹੁਤ ਹੀ ਘੱਟ ਟ੍ਰਾਂਸਫਰ ਫੀਸ ਦੇ ਉੱਤੇ ਪਿਛਲੇ 30 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਹਨ ਤੇ ਗਰੰਟੀ ਕਰਦੇ ਹਨ ਰੀਆ ਮਨੀ ਟ੍ਰਾਂਸਫਰ ਦੇ ਨਾਲ ਤੁਹਾਨੂੰ ਹਮੇਸ਼ਾ ਜ਼ਿਆਦਾ ਮਿਲੇਗਾ। ਕੀ ਤੁਸੀਂ ਵੀ ਰੀਆ ਮਨੀ ਟ੍ਰਾਂਸਫਰ ਦੇ ਏਜੰਟ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਅਨਵਰ ਮੁਹੰਮਦ 714 393 0990 714 393 0990। Watch out! Bhai, why aren't you playing? I don't have a cricket bat. Wait, where are you going? I received text from Bhaiya. He sent money through Ria. I won't be long. Hello Bhaiya? Yes,
got your money from the nearby relocation. I bought Bhai a cricket bat and he's so happy. Thank you, Bhaiya. With thousands of locations across India, loved ones can receive money in minutes. Go to riamoneytransfer.com and find the Ria location nearest you. ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, ਆਰਵੀ ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ, ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916 918 5944। ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, ਆਰਵੀ ਅਤੇ ਬੋਟ ਦੇ ਲਈ ਸਿਕਿਉਰਡ ਫੈਂਸ ਵਾਲੀ ਪਾਰਕਿੰਗ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ 916 918 5944 916 918 5944। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ। ਪੰਜਾਬੀ ਢਾਬਾ ਐਂਡ ਇੰਡੀਅਨ ਕੇਅਰ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਹਨ ਸੁਰਾਂ ਦੀ ਸਾਂਝ ਲਾਈਵ ਕਨਸਰਟ ਇਨ ਸੈਕਰਾਮੈਂਟੋ 3 ਨਵੰਬਰ ਦਿਨ ਸ਼ਨੀਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ, ਜਿਹਦੇ ਵਿੱਚ ਪਹੁੰਚ ਰਹੇ ਕਲਾਕਾਰ ਗੈਰੀ ਸੰਧੂ, ਬਣ ਜਾ ਦਿਲਾਂ ਦੇ ਅਜਾਨੀਆਂ, ਕਮਲ ਖਾਨ ਰਾਤਾਂ ਲੰਮੀਆਂ ਹੀ ਬੜੀਆਂ ਨੇ ਅਤੇ ਜੋਤ ਰਣਜੀਤ ਖੂਬਸੂਰਤ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਟੇਜ ਹੋਸਟ ਆਸ਼ਾ ਸ਼ਰਮਾ ਜੀ ਕਰਨਗੇ। ਟਿਕਟਾਂ ਸੰਬੰਧੀ ਜਾਂ ਹੋਰ ਜਾਣਕਾਰੀ ਲੈਣ ਵਾਸਤੇ ਗੱਲ ਕਰ ਸਕਦੇ ਹੋ ਸਰਪੰਚ ਸਿਕੰਦਰ ਗਰੇਵਾਲ 9166136728 ਜਾਂ ਫਿਰ ਜਤਿੰਦਰ ਮਾਨ 9177754422 916 613 6728 ਜਾਂ ਫਿਰ 917 775 4422। ਤੁਹਾਨੂੰ ਸਾਰਿਆਂ ਨੂੰ ਇਸ ਸ਼ੋਅ ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ। ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ ਮਿੰਟੂ ਜੀ ਨੂੰ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਪਣੇ ਕਾਲਰਸ ਦੇ ਨਾਲ ਜਿਹੜੀ ਆਪਣੀ ਗੱਲ ਕਰਦੇ ਜੁੜੇ ਨੇ ਆਪਣੇ ਨਾਲ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। मैं एडवेंचर से बोल रहा हूँ मनजीत सिंह। में 2 सवाल ने। पहले कि जे गौडसे दे हमला करन नाल वो दहशतगर्द बन नहीं हैगा। इन दहशतगर्द कह के दहशतगर्द नहीं हैगा, वो देश भगत सी ते सतवंत सिंह ने इंदिरा गांधी ਨੂੰ ਮਾਰਿਆ ਤੇ ਸਿੱਖ ਦਹਿਸ਼ਤਗਰਦ ਹੋਏ। ਫਿਰ ਅੱਜ ਤੱਕ ਸਿੱਖਾਂ ਦਾ ਹੀ ਕਤਲੇਆਮ ਹੋ ਰਿਹਾ, ਹਿੰਦੂਆਂ ਨੇ ਕਤਲੇਆਮ ਕਿੱਥੇ ਹੋਇਆ, ਕਦੋਂ ਹੋਇਆ, ਕਿ ਸਿੱਖ ਕਦੋਂ ਤੱਕ ਭੁਗਤਣਗੇ ਇਹ ਸਜ਼ਾ। ਧੰਨਵਾਦ। ਹਾਂਜੀ ਕੀ ਕਿਹਾ ਜੀ ਇਹਨਾਂ ਨੇ? ਕਹਿੰਦੇ ਵੀ ਜੇ ਗੋਡਸੇ ਨੇ ਉਦੋਂ ਹਮਲਾ ਕੀਤਾ ਸੀ ਉਹਨੂੰ ਦੇਸ਼ ਭਗਤ ਕਹਿ ਰਹੇ ਆ ਤੇ ਜਿਹੜੇ ਸਤਵੰਤ ਸਿੰਘ ਬੇਅੰਤ ਸਿੰਘ ਹੁਣਾਂ ਨੂੰ ਦੇਸ਼ ਧਰੋਹੀ ਜਿਹੜਾ ਆ ਉਹ ਕਿਉਂ ਕਿਹਾ ਜਾਂਦਾ ਆ?
ਤੇ ਦੂਜਾ ਕਹਿੰਦੇ ਵੀ ਜਿਹੜੇ ਸਿੱਖਾਂ ਦੇ ਨਾਲ ਹੀ ਕਤਲੇਆਮ ਜਿਹੜਾ ਹਮੇਸ਼ਾ ਹੁੰਦਾ ਆਇਆ ਆ, ਹਿੰਦੂਆਂ ਦੇ ਨਾਲ ਜਿਹੜਾ ਆ ਜਦੋਂ ਤੋਂ ਆਜ਼ਾਦੀ ਹੋਈ ਉਸ ਤੋਂ ਬਾਅਦ ਕਤਲੇਆਮ ਨਹੀਂ ਹੋਇਆ। ਦੇਖੋ ਗੱਲ ਇਹ ਹੈ ਕਿ ਕਲੈਸ਼ ਤੇ ਚਲੋ ਬੜੇ ਲੰਮੇ ਸਮੇਂ ਤੋਂ ਹੁੰਦੇ ਆ, ਤੇ ਦੰਗੇ ਜਿਹੜੇ ਕਈ ਵਾਰ ਆਪੋ ਵਿੱਚ ਵੀ ਇਹਨਾਂ ਦੇ ਹੋਏ ਆ। ਐਸੀ ਗੱਲ ਨਹੀਂ ਹੈ ਕਿ ਦੂਸਰਿਆਂ ਨਾਲ ਹੀ ਹੋਇਆ, ਦੂਸਰੇ ਮਜ਼ਹਬੀ ਦੰਗੇ ਹੋਏ ਆ, ਆਪਸ ਦੇ ਵਿੱਚ ਵੀ ਹੁੰਦੇ। ਚਲੋ ਉਹ ਗੱਲ ਛੱਡ ਕੇ ਜਿਹੜੀ ਨੱਥੂ ਰਾਮ ਗੋਡਸੇ ਵਾਲੀ ਗੱਲ ਕੀਤੀ ਆ, ਇਹ ਅਸਲ ਦੇ ਵਿੱਚ ਇਹ ਇੱਕ ਇਕੱਲਾ ਇਸ ਤਰ੍ਹਾਂ ਦਾ ਇੱਕ ਬਹਿਸ ਮੁਬਾਸਾ ਨਹੀਂ ਹੈਗਾ ਕਿ ਨੱਥੂ ਰਾਮ ਗੋਡਸੇ ਦੇਸ਼ ਭਗਤ ਹੈ ਜਾਂ ਫਲਾਣ ਟਮਕਾਨ ਨਹੀਂ ਹੈ। ਇਹ ਅਸਲ ਦੇ ਵਿੱਚ ਇੱਕ ਵਿਚਾਰਧਾਰਕ ਲੜਾਈ ਆ। ਇਹੀ ਤੇ ਇੱਕ ਵਿਚਾਰਧਾਰਕ ਲੜਾਈ ਹੈ ਨਾ, ਕਿਉਂਕਿ ਨੱਥੂ ਰਾਮ ਗੋਡਸੇ ਨਾਲ ਹੀ ਦੇਸ਼ ਭਗਤ ਕਿਉਂ ਆ? ਕਿਉਂਕਿ ਉਹਨੇ ਇੱਕ ਵਿਚਾਰ ਦੀ ਹੱਤਿਆ ਕੀਤੀ। ਵਿਚਾਰ ਕੀ ਸੀ? ਜਿਹੜਾ ਕਹਿੰਦਾ ਸੀਗਾ ਕਿ ਅਨੇਕਤਾ ਚ ਏਕਤਾ ਹੈ, ਮਤਲਬ ਕਿ ਇਸ ਦੇਸ਼ ਦੀ ਵਿਲੱਖਣਤਾ ਉਹ ਕਾਇਮ ਰਹਿਣੀ ਚਾਹੀਦੀ ਆ। ਮਹਾਤਮਾ ਗਾਂਧੀ ਇਸ ਦੇਸ਼ ਨੂੰ ਜੋ ਧਰਮ ਨਿਰਪੱਖਵਾਦੀ ਕਦਰਾਂ ਕੀਮਤਾਂ ਤੇ ਖਲੋਤਾ ਉਹ ਦੇਖਣਾ ਚਾਹੁੰਦਾ ਸੀਗਾ, ਮੁਸਲਮਾਨਾਂ ਨੂੰ ਇੱਥੇ ਰੱਖਣਾ ਚਾਹੁੰਦਾ ਸੀਗਾ। ਤੁਹਾਨੂੰ ਯਾਦ ਹੋਣਾ ਕਿ ਮਹਾਤਮਾ ਗਾਂਧੀ ਨੇ ਅੰਤਲੇ ਸਮੇਂ ਦੇ ਵਿੱਚ ਪਾਕਿਸਤਾਨ ਨੂੰ 55 ਕਰੋੜ ਰੁਪਈਆ ਸ਼ਾਇਦ ਉਸ ਟਾਈਮ ਦਾ ਸੀਗਾ, ਜਾਂ ਪਤਾ ਨਹੀਂ ਕਿੰਨਾ ਫਿਗਰ ਸੀਗਾ, ਤਾਂ ਉਹ ਦਿਵਾਉਣ ਵਾਸਤੇ ਉਸ ਸਮੇਂ ਭੁੱਖ ਹੜਤਾਲ ਵੀ ਕੀਤੀ ਸੀਗੀ। ਤਾਂ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਇਸ ਕਰਕੇ ਖਤਰਨਾਕ ਆ ਕਿ ਕੋਈ ਵੀ ਜੇ ਮੰਨ ਲਓ ਇਹ ਗੱਲ ਬੰਦਾ ਕਹਿੰਦਾ ਕਿ ਇਸ ਮੁਲਕ ਦੇ ਵਿੱਚ ਜੀ ਹਰਿਆਵਲ ਇਸ ਤਰ੍ਹਾਂ ਦੀ ਰਹਿਣੀ ਚਾਹੀਦੀ ਆ ਕਿ ਉਹਦੇ ਚ ਹਰੇਕ ਬੂਟਾ ਜਿਹੜਾ ਉਹ ਆਪਣੀ, ਚਾਹੇ ਉਹਦੀ ਵੱਖਰੀ ਹੋਂਦ ਹੈ ਚਾਹੇ ਵੱਖਰਾ ਰੰਗ ਹੈ, ਤਾਂ ਉਹ ਆਪਣੀ ਹੋਂਦ ਸੁਰੱਖਿਅਤ ਰੱਖ ਸਕੇ। ਤਾਂ ਉਸ ਵਿਚਾਰਧਾਰਾ ਨੂੰ ਖਤਮ ਕਰਨ ਵਾਲਾ ਜੇ ਦੇਸ਼ ਭਗਤ ਆ ਤਾਂ ਸਮਝ ਲਓ ਕਿ ਫਿਰ ਮਾਈਨੋਰਟੀਜ਼ ਜਾਂ ਜਿਹੜੇ ਲੋਕ ਧਰਮ ਨਿਰਪੱਖਵਾਦੀ ਕਦਰਾਂ ਕੀਮਤਾਂ ਦੀ ਪੁਜਾਰੀ ਆ ਉਹਨਾਂ ਦਾ ਕੀ ਹਾਲ ਹੋਊਗਾ। ਮਸਲਾ ਇਹ ਆ ਅਸਲ ਦੇ ਵਿੱਚ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਮਿੰਟੂ ਜੀ, ਮੇਰਾ ਇੱਕ ਸਵਾਲ ਹੈ ਵੀ ਜਿਵੇਂ ਜਿੰਨੀਆਂ ਵੀ ਇਲੈਕਸ਼ਨਾਂ ਹੁੰਦੀਆਂ ਪਾਰਲੀਮੈਂਟ ਤੋਂ ਲੈ ਕੇ ਪੰਚਾਇਤਾਂ ਤੱਕ, ਹਰ ਵਿੱਚ ਜਿਮਨੀ ਚੋਣ ਹੁੰਦੀ ਹੈ, ਤੇ SGPC ਕਿੰਨੇ ਸਾਲ ਹੋ ਗਿਆ, ਕਿੰਨੇ ਉਹ ਮੈਂਬਰ ਉਹਦੇ ਰੁਖਸਤ ਹੋ ਗਏ ਦੁਨੀਆ ਤੋਂ ਵੀ, ਕਿ ਇਹਦੇ ਵਿੱਚ ਕੋਈ ਜਿਮਨੀ ਚੋਣ ਦਾ ਕੋਈ ਪ੍ਰਬੰਧ ਹੈ ਨਹੀਂਗਾ ਸ਼੍ਰੋਮਣੀ ਕਮੇਟੀ ਦੇ ਵਿੱਚ। ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਜਿਹੜਾ ਆਪਣੀ ਸਾਧਵੀ ਨੇ ਹੁਣ ਉਹ ਬਿਆਨ ਦਿੱਤਾ, ਉਹਦੇ ਰਾਹੁਲ ਗਾਂਧੀ ਨੇ ਕਿਹਾ ਉਹਨੂੰ ਅੱਤਵਾਦੀ ਕਿਹਾ, ਔਰ ਉਹਨੇ ਜੇ ਫਰਜ਼ ਕਰੋ ਵੀ ਰਾਹੁਲ ਗਾਂਧੀ ਮਾਫੀ ਮੰਗਣ ਲਈ ਮਜਬੂਰ ਕਰ ਦਿੰਦੇ ਆ ਕੋਰਟ ਦੁਆਰਾ ਜਾਂ ਪਾਰਲੀਮੈਂਟ ਦੇ ਵਿੱਚ, ਕੀ ਕਦੇ ਇਹ ਮਾਫੀ ਮੰਗਣਗੇ? ਕਿ ਕਦੇ ਇਹ ਜਗਮੀਤ ਸਿੰਘ ਨੂੰ ਅੱਤਵਾਦੀ ਕਹਿੰਦੇ, ਕਦੇ ਹਰਜੀਤ ਸਿੰਘ ਸੱਜਣ ਨੂੰ ਕਹਿੰਦੇ, ਕਦੇ NRI ਨੂੰ ਅੱਤਵਾਦੀ ਕਹਿੰਦੇ ਆ, ਕਦੇ ਮੁਸਲਮਾਨਾਂ ਨੂੰ ਅੱਤਵਾਦੀ ਕਦੇ ਕੀ ਇਹ ਉਹਨਾਂ ਲੋਕਾਂ ਤੋਂ ਮਾਫੀ ਮੰਗਣਗੇ ਜਾਂ ਉਹ ਅੱਗੇ ਤੋਂ ਉਹਨਾਂ ਵਾਸਤੇ ਸੋਚ ਸਮਝ ਕੇ ਬੋਲਣਗੇ ਜੀ? ਇਹ ਸਵਾਲ ਆ ਜੀ ਮੇਰੇ। ਧੰਨਵਾਦ ਠੀਕ ਹੈ। ਨਹੀਂ, ਬਿਲਕੁਲ ਤੁਹਾਡਾ ਸਵਾਲ ਵਾਜਬ ਆ ਕਿ ਜਦੋਂ ਬਿਨਾਂ ਗੱਲ ਤੋਂ ਇੱਥੇ ਤੇ ਛੱਡੋ ਅੱਤਵਾਦੀ ਕਹਿਣ ਨੂੰ, ਇੱਥੇ ਤੇ NRI ਬੰਦੇ ਨੂੰ ਫੜ ਕੇ ਤੇ 12 ਸਾਲ 10 ਸਾਲ ਟੰਗੀ ਰੱਖਦੇ ਆ, ਬਾਅਦ ਦੇ ਵਿੱਚ ਬਰੀ ਹੋ ਜਾਂਦਾ, ਜਾ ਕੇ ਦੂਜੇ ਮੁਲਕ 'ਚ ਮੰਤਰੀ ਵੀ ਬਣ ਜਾਂਦਾ, ਤੇ ਉਹਦੇ ਲਈ ਮਾਫੀ ਨਹੀਂ ਮੰਗਦੇ, ਦੂਸਰਿਆਂ ਲਈ ਕੀ ਮਾਫੀ ਮੰਗਣੀ ਆ। ਸੋ ਕਹਿਣ ਦਾ ਭਾਵ ਇਹੋ ਆ ਕਿ ਦੇਖੋ ਜਿਹੜੀ ਤਾਂ ਹੈਗੀ ਆ ਗੱਲ ਕਿ ਜ਼ਿਮਨੀ ਚੋਣ ਵਾਲੀ ਤੁਸੀਂ ਆਖੀ ਆ, ਇਹਨੂੰ ਉਹਦੇ ਬਾਰੇ ਪਤਾ ਨਹੀਂ ਕਿ ਕੋਈ ਕਾਇਦਾ ਕਾਨੂੰਨ ਹੈ ਤਾਂ ਕਰਵਾਈਆਂ ਨਹੀਂ ਜਾਂਦੀਆਂ ਜਾਂ ਹੈ ਹੀ ਨਹੀਂ ਹੈ। ਜੇ ਨਹੀਂ ਹੈ ਤੇ ਉਹ ਜ਼ਰੂਰ ਹੋਣਾ ਚਾਹੀਦਾ, ਬਾਕੀ ਪਤਾ ਕਰ ਲਵਾਂਗੇ, ਕਿਉਂਕਿ ਇਹ ਵੀ ਵਧੀਆ ਮੇਰੇ ਖਿਆਲ ਦੇ ਨਾਲ ਇੱਕ ਜਿਗਿਆਸਾ ਦਾ ਵਿਸ਼ਾ, ਜਿਗਿਆਸਾ ਹੋਣੀ ਚਾਹੀਦੀ ਹੈ ਬੰਦੇ 'ਚ, ਤਾਂ ਪਤਾ ਕਰ ਲਵਾਂਗੇ ਕਿ ਇਸ ਤਰ੍ਹਾਂ ਦਾ ਪ੍ਰਬੰਧ ਹੈ ਜਾਂ ਨਹੀਂ ਹੈ। ਤਾਂ ਦੂਸਰੀ ਗੱਲ ਜਿਹੜੀ ਹੈ ਕਿ ਰਾਹੁਲ ਗਾਂਧੀ ਨੂੰ ਇਹ ਫੋਰਸ ਕਰ ਦੇਣਗੇ ਜਾਂ ਉਹਨੂੰ ਮਜਬੂਰ ਕਰ ਦੇਣਗੇ, ਤਾਂ ਇਹ ਤਾਂ ਰਾਹੁਲ ਗਾਂਧੀ ਨੂੰ ਹੁਣ ਵੇਖਣਾ ਪਊਗਾ ਨਾ। ਬਾਕੀ ਮੈਨੂੰ ਜਿੱਥੋਂ ਤੱਕ ਪਤਾ ਕਿ ਦੇਖੋ ਜੇ ਤੇ ਉਹਨੇ ਗੱਲ ਇਹ ਸੰਸਦ ਦੇ ਵਿੱਚ ਕਹੀ, ਹਾਲਾਂਕਿ ਮੈਂ ਸ਼ੋਰ ਨਹੀਂ ਹੈ ਕਿ ਸੰਸਦ ਦੇ ਵਿੱਚ ਕਹੀ ਹੈ ਜਾਂ ਸੰਸਦ ਦੇ ਬਾਹਰ ਕਹੀ ਆ, ਤੇ ਜੇ ਸੰਸਦ ਦੇ ਵਿੱਚ ਕਹੀ ਆ ਫਿਰ ਨਹੀਂ ਮਾਫੀ ਮੰਗਾ ਸਕਦੇ ਧੱਕੇ ਨਾਲ। ਫਿਰ ਕੋਰਟ ਜਿਹੜਾ ਹੈ ਨਾ ਉਹ ਜਿਹੜੀ ਸੰਸਦੀ ਕਾਰਵਾਈ ਆ ਉਹਦੇ 'ਚ ਦਖਲ ਨਹੀਂ ਦੇ ਸਕਦਾ। ਹਾਂ, ਜੇ ਬਾਹਰ ਗੱਲ ਕਹੀ ਆ, ਪਰ ਹੁਣ ਜੇ ਆਪਾਂ ਦੇਖੀਏ ਕਿ ਵਿਸ਼ੇਸ਼ ਅਧਿਕਾਰ ਮਤਾ ਲਿਆਂਦਾ ਤਾਂ ਇਹਦਾ ਮਤਲਬ ਹੈ ਕਿ ਸੰਸਦੀ ਕਾਰਵਾਈ ਦਾ ਹਿੱਸਾ ਹੈ ਤਾਂ ਹੀ ਆਇਆ। ਤਾਂ ਇਹਦਾ ਮਤਲਬ ਇਹ ਕਿ ਸੰਸਦੀ ਕਾਰਵਾਈ ਤਾਂ ਹੋ ਸਕਦੀ ਆ ਵਿਸ਼ੇਸ਼ ਅਧਿਕਾਰ ਤੇ, ਪਰ ਉਹਦੇ ਵਿੱਚ ਕੋਰਟ ਕਚਹਿਰੀ ਹੈ ਜਿਹੜੀ ਉਹ ਦਖਲ ਨਹੀਂ ਦੇ ਸਕਦੀ। ਜੀ। ਤੇ ਵੈਸੇ ਮਿੰਟੂ ਜੀ ਅਖੀਰਲੀਆਂ SGPC ਦੀਆਂ ਇਲੈਕਸ਼ਨਾਂ ਕਦੋਂ ਹੋਈਆਂ ਸੀ ਤੇ ਇਹਨਾਂ ਦੀ ਮਿਆਦ ਪੁੱਗਿਆਂ ਨੂੰ ਤਾਂ ਵਾਵਾ 2011 ਨਵੰਬਰ 2011 ਚ ਹੋਈਆਂ ਮੇਰੇ ਖਿਆਲ ਦੇ ਨਾਲ। ਲਓ ਜੀ, 8 ਸਾਲ ਜਿਹੜੇ ਹੋ ਗਏ ਨੇ ਤੇ ਇਲੈਕਸ਼ਨਾਂ ਵੈਸੇ ਪਿਛਲੀ ਸਰਕਾਰ ਜਾਣ ਦੇ ਵੇਲੇ ਦੀਆਂ ਗੱਲਾਂ ਉਹ ਤੋਂ ਪਹਿਲਾਂ ਦੀਆਂ ਚੱਲੀ ਜਾਂਦੀਆਂ, ਪਰ ਅਜੇ ਤੱਕ ਗੱਲ ਨਹੀਂ ਬਣੀ ਇਹਨਾਂ ਦੀ। ਹਾਂਜੀ, ਇਹ ਹੋਈਆਂ ਹੀ ਕਦੇ ਟਾਈਮ ਸਿਰ ਹੋਈਆਂ ਹੀ ਨਹੀਂ। 1978 ਤੋਂ ਬਾਅਦ 78-79 ਦਾ ਹੀ ਸਾਡਾ ਜਨਮ ਆ, ਸਾਡੇ ਜਨਮ ਤੋਂ ਬਾਅਦ ਕਦੇ ਵੇਲੇ ਸਿਰ ਇਹ ਵੋਟਾਂ ਨਹੀਂ ਪਈਆਂ।
ਕਿਉਂਕਿ ਲਾ ਲਓ ਕਿ ਮੁੜ ਕੇ 97 ਚ ਪਈਆਂ ਨੇ, 97 ਤੋਂ ਬਾਅਦ ਮੇਰੇ ਖਿਆਲ ਦੇ ਨਾਲ ਫਿਰ 2011 ਚ ਪਈਆਂ ਨੇ, ਇਸ ਤਰ੍ਹਾਂ ਹੀ ਪਈਆਂ ਨੇ ਵੋਟਾਂ, ਕਦੇ ਵੀ ਟਾਈਮ ਸਿਰ ਨਹੀਂ ਵੋਟਾਂ ਪਈਆਂ। ਉਹਦਾ ਕਾਰਨ ਇਹੋ ਹੀ ਆ ਕਿ 97 ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ SGPC ਤੇ ਪੂਰੀ ਤਰ੍ਹਾਂ ਬਾਦਲ ਪਰਿਵਾਰ ਦਾ ਗਲਬਾ ਪੈ ਗਿਆ ਸੀਗਾ। ਤਾਂ ਉਹ ਦੌਰ ਸੀਗਾ ਜਦੋਂ ਅਕਾਲੀ ਤੇ ਭਾਜਪਾ ਕੌਮੀ ਪੱਧਰ ਤੇ ਇੱਕ ਪਲੇਟਫਾਰਮ ਤੇ ਸਟੈਬਲਿਸ਼ ਹੋ ਚੁੱਕੇ ਸੀਗੇ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੌ ਪੈ ਗਿਆ, ਜਿੱਦਾਂ ਲਾ ਲਓ ਕਿ ਸਹਿਜਧਾਰੀਆਂ ਵਾਲਾ ਮੁੱਦਾ ਗਿਆ, ਸੁਪਰੀਮ ਕੋਰਟ ਤੱਕ ਪਹੁੰਚਿਆ। ਤਾਂ ਇਹਨਾਂ ਨੇ, ਕਿਉਂਕਿ ਸਰਕਾਰ ਇਹਨਾਂ ਦੀ ਸੀਗੀ, ਇਹਨਾਂ ਨੇ ਤੇ ਸੋਧ ਕਰਾ ਲਈ। ਵਾਜਪਾਈ ਸਰਕਾਰ ਵੇਲੇ ਇਹਨਾਂ ਨੇ ਹੱਕ ਖੋਲਿਆ ਸੀ ਸਹਿਜਧਾਰੀ ਵੋਟ ਦਾ। ਸੋ ਕਹਿਣ ਦਾ ਮਤਲਬ ਕਿ ਰੱਜ ਕੇ ਇਹਨਾਂ ਨੇ ਪਾਵਰ ਇਸਤੇਮਾਲ ਕੀਤੀ ਹੈ ਇਸ ਮਾਮਲੇ ਦੇ ਵਿੱਚ, SGPC ਦੇ ਮਾਮਲੇ 'ਚ, ਜਿਹੜੀ ਕਿ ਕੇਂਦਰ ਦੀ ਪਾਵਰ ਪੰਜਾਬ ਦੇ ਮਾਮਲੇ 'ਚ ਇਸਤੇਮਾਲ ਹੁੰਦੀ ਤਾਂ ਬਿਹਤਰ ਸੀਗਾ, ਪਰ ਇਹਨਾਂ ਨੇ ਆਪਣੇ ਮਫਾਦ ਦੇ ਮਸਲੇ 'ਚ ਕੀਤੀ ਆ। ਤਾਂ ਹੁਣ ਰੌਲਾ ਕੀ ਆ ਕਿ ਉਹ ਜਿਹੜਾ 2011 ਦਾ ਹਾਊਸ ਚੁਣਿਆ ਗਿਆ, ਕਿਉਂਕਿ ਉਹਦਾ ਫੈਸਲਾ ਜਿਹੜਾ ਉਹ ਹੋਇਆ ਜਾ ਕੇ 16 ਦੇ ਵਿੱਚ, ਕਿਉਂਕਿ 16 ਚ ਹੋਈ ਆ, ਇਹ ਕਹਿੰਦੇ ਆ ਕਿ ਉਹ ਐਕਸਟੈਂਡ ਹੋ ਗਿਆ ਹਾਊਸ ਜਿਹੜਾ ਚੁਣਿਆ ਹੋਇਆ ਸੀ, ਯਾਨੀ 2021 ਤੱਕ। ਜਦ ਕਿ ਫੂਲਕਾ ਸਾਹਿਬ ਕਾਗਜ਼ਾਤ ਕੱਢੀ ਫਿਰਦੇ, ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਕਹਿੰਦਾ ਕਿ ਇਹ ਐਕਸਟੈਂਡ ਨਹੀਂ ਹੋਇਆ ਹਾਊਸ। ਸਾਰੇ ਜਾਣੇ ਭੰਬਲ ਭੂਸੇ 'ਚ ਹੀ ਆ, ਇਦਾਂ ਹੀ ਭੰਬਲ ਭੂਸੇ 'ਚ ਪਾਈ ਰੱਖਦੇ ਨੇ। ਅਗਲੇ ਕਾਲਰ ਨੇ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿਣਾ ਚਾਹੁੰਦਾ ਵੀ ਆਪਣੀ ਜਿਹੜੇ ਅਕਾਲ ਤਖਤ ਤੇ ਪੰਜਾਬ ਸਰਕਾਰ ਨੂੰ ਟਿਕਟੌਕ ਨੂੰ ਸਮਾਨਤ ਕਰਨਾ ਚਾਹੀਦਾ, ਵੀ ਜਿਹੜਾ ਪੰਜਾਬ ਦਾ ਯੂਥ ਆ ਉਹਨੂੰ ਇੱਕ ਬੰਨ੍ਹ ਕੇ ਰੱਖਿਆ ਹੋਇਆ, ਵੀ ਜੇ ਟਿਕਟੌਕ ਨਾ ਹੁੰਦੀ ਫਿਰ ਪਤਾ ਨਹੀਂ ਯੂਥ ਕਿੱਧਰ ਨੂੰ ਕੀ ਕਰਦਾ। ਤੇ ਇਹਨਾਂ ਨੂੰ ਸਮਾਨਤ ਨਹੀਂ ਕਰਨਾ ਚਾਹੀਦਾ ਜਾਂ ਫ੍ਰੀ ਡਾਟਾ ਦੇਣਾ ਚਾਹੀਦਾ ਜੀ? ਸਾਰੇ ਮੁੰਡੇ ਕੁੜੀਆਂ ਕੰਮ ਲੱਗੇ ਹੋਏ ਆ। ਨਹੀਂ, ਉਹ ਤੇ ਚਲੋ ਜਦੋਂ ਟਿਕਟੌਕ ਨਹੀਂ ਸੀ ਹੁੰਦਾ, ਆ ਟਿਕਟੌਕ ਤੇ ਹੁਣ 4 ਸਾਲ ਪਹਿਲਾਂ ਹੀ ਆਇਆ, ਤੇ ਉਦੋਂ ਕਿਹੜਾ ਮੁੰਡੇ ਕੁੜੀਆਂ ਜਿਹੜੇ ਖੂਹ ਪੱਟੀ ਜਾਂਦੇ ਹੁੰਦੇ ਸੀਗੇ 5 ਸਾਲ ਪਹਿਲਾਂ। ਟਿਕਟੌਕ ਤੇ ਮੇਰੇ ਖਿਆਲ ਦੇ ਨਾਲ 1.5-2 ਸਾਲ ਪਹਿਲਾਂ ਆਇਆ। ਫੇਸਬੁੱਕ ਆਪਣੇ ਪੰਜਾਬ 'ਚ ਚੱਲਿਆ 5-6 ਸਾਲ ਪਹਿਲਾਂ, ਤੇ ਉਦੋਂ ਪਹਿਲਾਂ ਕਿਹੜਾ ਮਾਰੋ ਮਾਰ ਲੱਗੀ ਸੀ। ਉਦੋਂ ਲੋਕ ਤਾਸ਼ ਖੇਡਣ ਲੱਗ ਪੈਂਦੇ ਹੁੰਦੇ। ਤਾਸ਼ ਛੱਡੋ, ਮੈਂ ਤੇ ਉਹ ਵੀ ਦੇਖਿਆ ਕਿ ਪਿੰਡਾਂ ਦੇ ਵਿੱਚ ਹੋਰ ਨਹੀਂ ਕੋਈ ਲੱਭਦਾ, ਤੇ ਉਹ ਵਾਹ ਕੇ ਝਰੀਟਾਂ ਜੀਆਂ ਧਰਤੀ ਤੇ ਉੱਥੇ ਡਲੇ ਜੇ ਰੱਖ ਲੈਂਦੇ ਆ, ਉਹਦੀ ਮਾਰੀ ਜਾਂਦਾ ਗੀਟੀ, ਉਹਦੀ ਗੀਟੀ ਮਾਰੀ ਜਾਂਦਾ। ਸੋ ਜਿਹੜਾ ਵਿਹਲਾ ਬੰਦਾ ਉਹਨੇ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਣਾ, ਉਹਨੇ ਆਪਦੇ ਟਾਈਮ ਪਾਸ ਦਾ ਬਹਾਨਾ ਲੱਭ ਲੈਣਾ। ਠੀਕ ਆ ਕਿ ਟਿਕਟੌਕ ਨੇ ਸਾਨੂੰ ਕੋਈ ਟਿਕਟੌਕ ਸਟਾਰ ਦੇ ਦਿੱਤੇ ਆ, ਪਰ ਉਹ ਮੇਰੇ ਖਿਆਲ ਦੇ ਨਾਲ ਜੇ ਸਨਮਾਨਿਤ ਕਰਨ ਲੱਗਣਗੇ ਤੇ ਫਿਰ ਤੇ ਸਭ ਤੋਂ ਪਹਿਲਾ ਸਨਮਾਨ ਹੈ ਜਿਹੜਾ ਉਹ ਫੇਸਬੁੱਕ ਦੀ ਝੋਲੀ 'ਚ ਉਹਨਾਂ ਨੂੰ ਪਾਉਣਾ ਚਾਹੀਦਾ, ਕਿਉਂਕਿ ਜਿਨ੍ਹਾਂ ਨੇ ਲੱਖਾਂ ਕਰੋੜਾਂ ਹੀ ਬੰਦੇ ਜਿਹੜੇ ਕੰਮ ਲਾ ਛੱਡੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਬਸ ਖੇਡੜੀ ਜਾਂਦੇ, ਉਹ ਉੱਥੇ ਟਾਈਮ ਪਾਸ ਕਰੀ ਜਾਂਦੇ ਜੀ। ਟਾਈਮ ਪੈ ਜਾਂਦਾ, ਫਿਰ ਇਕੱਠੇ ਹੋ ਲੈਂਦੇ ਆ, ਫਿਰ ਖੁਸ਼ ਹੋ ਜਾਂਦਾ, ਕਦੇ ਖੁਸ਼ ਹੋ ਜਾਂਦਾ ਜੀ। ਬਿਲਕੁਲ। ਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਰਾਜਕਰਨਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ ਇਹਨਾਂ ਨੇ ਸਰਕਾਰੀ ਬੱਸਾਂ ਤੇ ਤਾਂ ਲਾਤੀ ਉਹ ਰਡਾਰ ਜਿਹੜੇ ਲਾਤੇ ਸਪੀਡ ਵਾਲੇ ਚੈੱਕ ਕਰਨ ਵਾਲੇ, ਤੇ ਜਿਹੜੀਆਂ ਆਦਮਬੋ ਕਰਦੀਆਂ ਪ੍ਰਾਈਵੇਟ ਗੱਡੀਆਂ ਫਿਰਦੀਆਂ ਉਹਨਾਂ ਤੇ ਕਿਉਂ ਨਹੀਂ ਇਹ? ਤੇ ਦੂਜਾ ਸਵਾਲ ਹੈ ਜੀ, ਜਿਹੜਾ ਇਹਨਾਂ ਨੇ ਕਰਨਾ ਆਪਣਾ ਕਬੱਡੀ ਮੈਚ, ਤੇ ਉਹਦਾ ਇਹਨਾਂ ਨੇ ਪੈਸੇ ਤਾਂ ਲਾਉਣੇ ਉਹਨਾਂ ਨੇ ਜਿਨ੍ਹਾਂ ਨੇ ਅੱਗੇ ਭਲੇ ਮਾਨਸ ਲੋਕਾਂ ਨੂੰ ਠੱਗਿਆ ਉਹਨਾਂ ਨੇ, ਤੇ ਇਹਨਾਂ ਨੇ ਤਾਂ ਆਪਦੇ ਕੋਲੋਂ ਜਿਹੜੇ ਬਹਾਨਾ ਜਿਹਾ ਬਣਾ ਕੇ ਖਾਣੇ ਹੀ ਆ। ਇਹਦੇ ਤੇ ਫੋਨ ਨਾ ਕੱਟੋ ਜੀ, ਦੱਸੋ ਜੀ ਵੀ ਕੀ ਜੀ ਕਮੈਂਟ? ਹਾਂਜੀ, ਨਹੀਂ, ਕਬੱਡੀ ਕੱਪ ਕਿਸੇ ਵੀ ਸਰਕਾਰ ਦੇ ਵਿੱਚ ਹੋਵੇ, ਉਹ ਟੈਕਸ ਪੇਅਰਸ ਦੇ ਪੈਸੇ ਨਾਲ ਹੀ ਹੋਣਾ ਹੈ ਜੀ, ਜਾਂ ਵੱਧ ਤੋਂ ਵੱਧ ਸਪਾਂਸਰ ਲੱਭ ਲੈਣਗੇ ਤਾਂ ਸਪਾਂਸਰ ਦਾ ਪੈਸਾ ਜਾਂ ਟੈਕਸ ਪੇਅਰਸ ਦਾ ਪੈਸਾ ਹੈ, ਤਾਂ ਉਹ ਤੇ ਭਾਰ ਤਣਿਆਂ ਤੇ ਹੀ ਪੈਣਾ, ਚਾਹੇ ਸਰਕਾਰ ਕੋਈ ਵੀ ਹੋਵੇ। ਤੇ ਦੂਜੀ ਹੈ ਕਿ ਆਊਟਪੁੱਟ ਤੁਹਾਨੂੰ ਵੇਖਣੀ ਪੈਂਦੀ ਹੈ ਹਰੇਕ ਮਾਮਲੇ 'ਚ। ਅੱਜ ਜਦੋਂ ਅਸੀਂ ਪਾਈ ਨੂੰ ਰੋ ਰਹੇ ਹਾਂ, ਵਿਆਜ ਨਹੀਂ ਮੁੜ ਰਹੀ ਸਾਡੀ ਸਟੇਟ ਦੀ, ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਇਲੈਕਸ਼ਨ ਕਰਨ ਦੀ ਲੋੜ ਨਹੀਂ ਹੈ। ਹਾਂ, ਕਬੱਡੀ ਚੱਲੀ ਜਾਂਦੀ ਹੈ, ਆਪਣੀ ਚਾਲੇ ਚੱਲੀ ਜਾਂਦੀ ਹੈ, ਤਾਂ ਸਰਕਾਰ ਨੂੰ ਜਿਹੜੇ ਹੋਰ ਕੰਮ ਦੇਖਣੇ ਚਾਹੀਦੇ। ਮੈਂ ਕਬੱਡੀ ਦਾ ਕੋਈ ਵਿਰੋਧੀ ਨਹੀਂ ਆ, ਮੈਂ ਤਾਂ ਕਬੱਡੀ ਦਾ ਉਪਾਸ਼ਕ ਹਾਂ, ਮੈਨੂੰ ਤੇ ਕਬੱਡੀ ਨੇ ਪਛਾਣ ਦਿੱਤੀ ਹੈ ਆਪਦੇ ਏਰੀਏ ਦੇ ਵਿੱਚ ਬਹੁਤ ਤਕੜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕਬੱਡੀ ਤੇ ਸਿਰ ਤੇ ਤੁਸੀਂ ਰਾਜਨੀਤੀ ਕਰਦੇ ਹੁਣ, ਕਿਉਂਕਿ ਫਸੇ ਪਏ ਸੀਗੇ ਸਾਰੇ ਪਾਸੇ। 4 ਦਿਨ ਲੋਕਾਂ ਨੂੰ ਉਧਰ ਲਾ ਦੇਣਗੇ, ਬਸ ਲੋਕ 4 ਦਿਨ ਉਧਰ ਲੱਗ ਜਾਣਗੇ। ਦੂਜਾ ਕੁਐਸਚਨ ਕੀ ਸੀਗਾ? ਮੇਰੇ ਆਪ ਦਿਮਾਗ 'ਚੋਂ ਵਿਸਰ ਗਿਆ, ਜੇ ਯਾਦ ਆਇਆ ਤੇ ਆਪਾਂ ਦੁਬਾਰਾ ਜਿਹੜਾ ਉਹ ਪੁੱਛਦੇ ਹਾਂ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਨਵਤੇਜ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਬਾਜੀ ਮੇਰਾ ਇੱਕ ਤਾਂ ਸਵਾਲ ਸੀਗਾ ਵੀ ਜਿਹੜਾ ਡੇਰਾ ਬਿਆਸ ਮੁਖੀ ਉਹਨਾਂ ਨੂੰ ਕੋਈ ਟਾਈਮ ਪੀਰੀਅਡ ਦਿੱਤਾ ਜਿਹੜਾ ਜਿੱਦਾਂ ਹੁਣ ਪੈਸੇ ਜਮ੍ਹਾਂ ਕਰਾਣੇ ਸੀਗੇ ਜਿਹੜਾ ਵੀ ਫਰਾਡ ਦੇ ਵਿੱਚ ਸੀ ਹਨਾ, ਤੇ ਦੂਜਾ ਇੱਕ ਓਪੀਨੀਅਨ ਹੀ ਹੈ ਤੁਹਾਡਾ ਵੀ ਜਿਵੇਂ ਹੁਣ ਆਪਾਂ ਗੌਰਮੈਂਟ ਚੁਣਦੇ ਹਾਂ ਨਾ ਵੀ ਮਨ ਤਾਂ ਲੱਗਦਾ ਵੀ ਜਿਵੇਂ ਗੌਰਮੈਂਟ ਜਨਤਾ ਵੋਟਾਂ ਪਾ ਕੇ ਕੁੱਟ ਖਾਣ ਨੂੰ ਤੇ ਜੋ ਆਪਣੇ ਹੱਕ ਲੈਣੇ ਆ ਉਹਦੇ ਵਾਸਤੇ ਧਰਨੇ ਪ੍ਰਦਰਸ਼ਨ ਵਾਸਤੇ ਹੀ ਹੈ, ਕੋਈ ਗਵਰਨੈਂਸ ਵਾਸਤੇ ਤਾਂ ਨਹੀਂ ਬਣਦੀ ਹੈ ਨਾ। ਥੈਂਕ ਯੂ ਜੀ। ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਕਿ ਗਵਰਨੈਂਸ ਵਾਸਤੇ ਨਹੀਂ ਹੈ, ਗਵਰਨ ਕਰਦੇ ਹੀ ਨਹੀਂ ਚੱਜ ਦੇ ਨਾਲ। ਇਹ ਤੇ ਜਿੱਦਾਂ ਕਹਿ ਲਓ ਕਿ 5 ਸਾਲ ਆਉਂਦੇ, ਹੁਣ ਜਿਵੇਂ ਮੋਦੀ ਸਰਕਾਰ ਆ, ਮੋਦੀ ਸਰਕਾਰ ਇੱਕ ਐਸੀ ਸਰਕਾਰ ਆ, ਤੁਸੀਂ ਦੇਖ ਲਓ ਕਿ ਸਾਡੀ ਇਕੋਨਮੀ ਦਾ ਅੱਜ ਕੀ ਹਾਲ ਆ। GDP ਦਾ ਡਾਟਾ ਆਊਟ ਹੋਇਆ ਨਾ, ਤੁਸੀਂ ਦੇਖਿਆ ਹੋਣਾ ਕਿ 6 ਸਾਲ ਦੇ ਜਾਂ 7 ਸਾਲ ਦੇ ਮੇਰੇ ਖਿਆਲ ਦੇ ਨਾਲ ਉਹ ਸਭ ਤੋਂ ਹੇਠਲੇ ਦਰਜੇ ਤੇ ਪਹੁੰਚ ਗਈ ਹੈ। ਅੱਜ ਜਿਹੜੀ ਪਿਛਲੀ ਤਿਮਾਹੀ ਦੀ GDP ਆ ਸਭ ਤੋਂ ਹੇਠਲੇ ਦਰਜੇ ਦੀ। 7 ਸਾਲਾਂ 'ਚ ਮੁਲਕ ਗਾਂਹ ਨੂੰ ਜਾਂਦੇ ਜਾਂ ਪਿਛਾਂਹ ਨੂੰ ਜਾਂਦੇ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਪਰ ਉਹ ਕੀ ਕਰਦੇ ਆ, ਉਹਨਾਂ ਨੂੰ ਕੁਛ ਨਹੀਂ ਜ਼ਰੂਰਤ ਵਿਕਾਸ ਵਕੂਸ ਕਰਨ ਦੀ, ਕੁਛ ਨਹੀਂ। ਉਹਨਾਂ ਨੇ ਕੋਈ ਉਲਝਣ ਪੈਦਾ ਕਰਦੀ ਨੂੰ। ਹੁਣ NRC ਤੁਸੀਂ ਵੇਖ ਲਓ, ਉਹਨਾਂ ਨੇ NRC ਦਾ ਇੱਥੇ ਛੱਡ ਦੇਣਾ, ਉਹਨਾਂ ਨੇ ਸ਼ੋਸ਼ਾ, ਦੁਨੀਆ ਨੇ ਉੱਧਰ ਉਲਝ ਜਾਣਾ। ਸਾਲ 6 ਮਹੀਨੇ ਉਲਝੀ ਜਾਊਗੀ ਦੁਨੀਆ। ਸੋ ਉਲਝਣ ਪੈਦਾ ਕਰਨ ਵਾਲੀ ਰਾਜਨੀਤੀ ਆ। ਉਹੀ ਹਾਲ ਹੈ ਕਿ ਚਾਹੇ ਸਟੇਟ ਲੈ ਲਓ ਤੁਸੀਂ। ਆ ਕਾਂਗਰਸ ਕੀ ਕਰਦੀ ਪਈ, ਮੈਂ ਹੁਣੇ ਤੁਹਾਨੂੰ ਕਹਿ ਕੇ ਹਟਿਆ ਕਿ ਕਬੱਡੀ ਕੀ ਆ, ਕਿ ਲੋਕ ਨਿਰਾਸ਼ ਹੋ ਰਹੇ ਆ ਲਗਾਤਾਰ, ਇਹਨਾਂ ਦੇ ਆਪਣੇ ਵਿਧਾਇਕ ਹਤਾਸ਼ ਹੋ ਰਹੇ ਇਹਨਾਂ ਤੋਂ, ਤੇ ਉਹ ਵਿੱਚ 4 ਦਿਨ ਚਲਾ ਦੇਣਗੇ, ਮਨੋਰੰਜਨ ਕਰ ਲਓ। ਫਿਰ ਜਿਵੇਂ TikTok ਵਗੈਰਾ, ਜਿਵੇਂ ਅੱਗੇ ਗੱਲ ਕੀਤੀ ਆ, ਵਿੱਚ ਉਹ ਕੋਈ ਆ ਜਾਂਦੇ ਮੁੱਦੇ, ਉਹ ਮਨੋਰੰਜਨ ਕਰੀ ਜਾਂਦੇ ਲੋਕਾਂ ਦੇ। ਤਾਂ ਉਹ ਜਿਵੇਂ ਕੁੱਕਰ ਦੀ ਨਾ ਸੀਟੀ ਚੁੱਕੀ ਜਾਂਦੀ ਆ ਤੇ ਭਾਫ ਜੀ ਨਿਕਲ ਜਾਂਦੀ, ਬਸ ਲੋਕਾਂ ਦੀ ਭਾਫ ਜੀ ਨਿਕਲ ਜਾਂਦੀ ਆ। ਕੁਛ ਇੰਟਰਟੇਨ ਕਰਕੇ ਆਪਣੇ ਆਪ ਨੂੰ, ਕੁਛ ਇੱਧਰੋਂ ਉੱਧਰੋਂ ਮਸਾਲੇ ਚੁੱਕ ਕੇ। ਤਾਂ ਕਹਿਣ ਦਾ ਮਤਲਬ ਕਿ ਸਹੀ ਢੰਗ ਨਾਲ ਗਵਰਨ ਕਰਨਾ ਆਉਂਦਾ ਹੀ ਨਹੀਂ ਹੈ, ਤੇ ਹੋ ਵੀ ਨਹੀਂ, ਔਰ ਕਾਬਲੀਅਤ ਵੀ ਹੈ ਨਹੀਂ। ਤੁਸੀਂ ਦੇਖੋ ਪੰਜਾਬ ਦੇ ਵਿੱਚ, ਜੇ ਆਪਾਂ ਅੱਜ ਦੇ ਦੌਰ ਦੇ ਵਿੱਚ ਵੇਖੀਏ, ਜਿੱਥੇ ਬਹੁਤ ਵੱਡਾ ਇੱਕ ਡੈਫਿਸਿਟ ਹੈ, ਬਹੁਤ ਵੱਡਾ ਆਰਥਿਕਤਾ ਦੇ ਵਿੱਚ। ਆਰਥਿਕਤਾ ਦੇ ਅਸਲ ਦੇ ਵਿੱਚ ਸਾਡੇ ਵਰਗਿਆਂ ਨੂੰ ABC ਦਾ ਨਹੀਂ ਪਤਾ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਇਹਨਾਂ ਨੇ ਇੰਨਾ ਜ਼ਿਆਦਾ ਕਰਜ਼ਾਈ ਕਰ ਦਿੱਤਾ, ਸੂਬੇ ਨੂੰ ਇੰਨਾ ਜ਼ਿਆਦਾ ਕਰਜ਼ਾਈ ਕਰ ਦਿੱਤਾ ਕਿ ਜੋ ਤੁਹਾਡੀ ਮੂਲ ਆਮਦਨ ਆ ਉਹਦੇ ਤੋਂ ਵੱਧ ਦੇਣਦਾਰੀ ਤੁਹਾਡੀ ਜਿਹੜੀ ਉਹ ਹਰੇਕ ਮਹੀਨੇ ਖਲੋਤੀ ਹੁੰਦੀ ਆ। ਸੋ ਹਾਲਾਤ ਇਹ ਆ ਕਿ ਐਸੀ ਲੀਡਰਸ਼ਿਪ ਮੈਨੂੰ ਤੇ ਨਜ਼ਰ ਹੀ ਨਹੀਂ ਆਉਂਦੀ, ਚਾਹੇ ਕੋਈ ਵੀ ਪਾਰਟੀ ਆ, ਜਿਹੜੀ ਇਸ ਸੂਬੇ ਨੂੰ ਜਾਂ ਇਸ ਦੇਸ਼ ਨੂੰ ਚਲਾ ਸਕੇ ਢੰਗ ਨਾਲ। ਸੋ ਸਾਰੇ ਹੀ ਆਉਂਦੇ ਆ, ਉਹ ਦੋ ਹੀ ਕੰਮ ਕਰਨਾ ਆਉਂਦੇ ਆ, ਇੱਕ ਐਸ਼ ਪ੍ਰਸਤੀ ਤੇ ਦੂਸਰੀ ਮਾਰਾਮਾਰੀ ਆ। ਮਾਰਾਮਾਰੀ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਆਪਣੇ ਲਈ ਹੋਰ ਜੋੜ ਲਓ, ਤਾਂ ਕਿ ਫਿਰ ਰਾਜਨੀਤੀ ਦੇ ਵਿੱਚ ਨਵੀਂ ਲੜਾਈ ਲੜਾਂਗੇ, ਫਿਰ ਸੱਤਾ ਲਈ ਘੁਲਾਂਗੇ, ਫਿਰ ਸੱਤਾ ਹਾਸਲ ਕਰਾਂਗੇ ਜੀ। ਤੇ ਦੂਜਾ ਉਹਨਾਂ ਦਾ ਜਿਹੜਾ ਸੀਗਾ ਵੀ ਡੇਰਾ ਜਿਹੜਾ ਬਿਆਸ ਮੁਖੀ ਆ, ਵੀ ਉਹਨੂੰ ਕੋਈ ਸਮਾਂ ਦਿੱਤਾ ਸੀਗਾ ਜੀ, ਉਸ ਦੇ ਬਾਰੇ ਪੈਸੇ ਜਮ੍ਹਾਂ ਕਰਾਉਣ। ਨਹੀਂ, ਸਮੇਂ ਦਾ ਤਾਂ ਨਹੀਂ ਜੀ ਮੈਨੂੰ ਪਤਾ, ਪਰ ਦਿੱਲੀ ਹਾਈ ਕੋਰਟ ਦੇ ਵਿੱਚ ਨਾ ਜਿਹੜਾ ਮਾਮਲਾ ਹੈ ਉਹ ਇਹਨਾਂ ਦੀ ਸੁਣਵਾਈ ਸੀ ਜੀ। ਲਾਈਨ ਡ੍ਰੌਪ ਹੋ ਗਈ ਹੈ ਤੇ ਆਪਾਂ ਸਰੋਤੇ ਇੱਦਾਂ ਜੁੜੇ ਰਹੋ ਤੇ ਆਪਾਂ ਉਹਨਾਂ ਦੇ ਨਾਲ ਮੁੜ ਕੇ ਦੁਬਾਰਾ ਕਨੈਕਟ ਕਰਦੇ ਹਾਂ। ਜੀ ਤਕਨੀਕੀ ਪ੍ਰੋਬਲਮ ਦੇ ਲਈ ਮਾਫੀ ਮੰਗਦੇ ਹਾਂ ਜੀ। ਮਿੰਟੂ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀਗੇ। ਹਾਂ ਜੀ, ਬਿਲਕੁਲ। ਮੈਂ ਉਹ ਕਹਿ ਰਿਹਾ ਸੀਗਾ ਕਿ ਦੇਖੋ, ਇਹ ਜਿਹੜੇ ਹੈਗੇ ਡੇਰਾ ਮੁਖੀ ਤੇ ਇਹਨਾਂ ਦੇ ਪਰਿਵਾਰ ਵਾਲੇ, ਇਹਨਾਂ ਨੂੰ ਸਾਰਿਆਂ ਨੂੰ ਉੱਥੇ ਤਲਬ ਕੀਤਾ ਹੋਇਆ। ਇਹ ਤਕਰੀਬਨ 52-53 ਬੰਦੇ ਆ, ਤੇ ਇਹਨਾਂ ਦੇ ਸਾਰੇ ਪਰਿਵਾਰ ਨੇ ਪੇਸ਼ੀ ਤੋਂ ਛੋਟ ਮੰਗੀ ਸੀਗੀ। ਬਾਅਦ ਦੇ ਵਿੱਚ ਚਲੋ ਇਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ, ਤੇ ਹੁਣ ਇਸ ਮਾਮਲੇ ਦਾ ਇਹੋ ਹੀ ਪਹਿਲੂ ਹੈ, ਜਿਹੜਾ ਰੌਚਕ ਪਹਿਲੂ ਹੈ ਕਿ ਜਿਹੜੇ ਮਾਲਵਿੰਦਰ ਤੇ ਸ਼ਾਵਿੰਦਰ ਹੋਣੀ ਹੈ, ਉਹਨਾਂ ਦੀ ਬਹੁਤ ਵੱਡੀ ਦੇਣਦਾਰੀ ਉਹ ਆਪ ਦੇ ਅੰਦਰ ਬੈਠੇ ਆ। ਤਾਂ ਜਿਹੜਾ ਉਹ ਪੈਸਾ ਗਿਆ, ਮਤਲਬ ਕਿ ਛੋਟੀਆਂ ਛੋਟੀਆਂ ਕੰਪਨੀਆਂ ਬਣਾ ਕੇ, ਜਿਹੜੀਆਂ ਕਿ ਜ਼ਿਆਦਾਤਰ ਇਸ ਡੇਰੇਦਾਰ ਜਾਂ ਇਹਨਾਂ ਦੇ ਆਲੇ ਦੁਆਲੇ ਦੇ ਬੰਦਿਆਂ ਦੀਆਂ ਸੀ, ਕਿਉਂਕਿ ਉਹਨਾਂ ਦੀ ਕੰਪਨੀ ਜਿਹੜੀ ਸੀਗੀ, ਉਹਦਾ ਮੈਨੇਜਰ ਜਿਹੜਾ ਬਣਾਇਆ ਗਿਆ ਸੀ ਉਹ ਵੀ ਡੇਰਾ ਮੁਖੀ ਦਾ ਖਾਸ ਬੰਦਾ ਸੀਗਾ। ਤਾਂ ਉਹ ਇੱਕ ਰਕਮ ਜਿਹੜੀ ਆ ਉਹ ਟ੍ਰਾਂਸਫਰ ਹੋਈ ਆ ਕੰਪਨੀਆਂ ਦੇ ਮਾਰਫਤ। ਤਾਂ ਉਹ ਰਕਮ ਦੀ ਵਸੂਲੀ ਵਾਸਤੇ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਚੱਲਦਾ ਪਿਆ,
ਤੇ ਮੈਨੂੰ ਨਹੀਂ ਪਤਾ ਕਿ ਡੈਡਲਾਈਨ ਦਿੱਤੀ ਹੈ ਜਾਂ ਨਹੀਂ ਦਿੱਤੀ, ਪਰ ਵਸੂਲੀ ਲਈ ਇਹਨਾਂ ਨੂੰ ਨੋਟਿਸ ਜ਼ਰੂਰ ਆ ਕਿ ਤੁਸੀਂ ਭਾਈ ਇਹ ਰਕਮ ਜਿਹੜੀ ਆ ਵਸੂਲ ਪਾਈ ਆ ਤੇ ਹੁਣ ਤੁਸੀਂ ਦਿਓ ਪੁੱਠੀ ਰਕਮ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਨਿੰਦਰ ਜੀ ਹੈਲੋ। ਹਾਂਜੀ ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਜਿਹੜਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮਿੰਟੂ ਜੀ ਨੂੰ ਵੀ, ਤੇ ਇੱਕ ਦਿਨ ਬਲਦੇਵ ਪੰਨੂ ਜੀ ਨੇ ਖਬਰ ਸੁਣਾਈ ਸੀ, ਕਹਿੰਦੇ ਜਿਹੜਾ ਇੱਕ ਵਾਰੀ 2 ਛੋਟੇ ਛੋਟੇ ਮੁੰਡੇ ਨਹੀਂ ਮਾਰਤੇ ਸੀ ਨਿਆਣੇ, ਮੁੜ ਕੇ ਉਹਨਾਂ ਦੀ ਲਾਸ਼ ਲੱਭੀ ਸੀ ਨਹਿਰ ਚੋਂ, ਪਤਾ ਨਹੀਂ ਕਿਹੜੇ ਪਿੰਡ ਸੀਗਾ, ਤੇ ਉਹਦੇ ਵਿੱਚ ਨਵਾਂ ਪੜਾਅ ਆਇਆ ਕੇਸ ਵਿੱਚ। ਕਹਿੰਦੇ ਉਹਨਾਂ ਨੇ ਉਹਦੀ ਮੁੰਡਿਆਂ ਦੇ ਡੈਡੀ ਨੇ ਤੇ ਉਹਨਾਂ ਦੇ ਨਾਨੀ ਨੇ ਕੇਸ ਕੀਤਾ ਦੁਬਾਰਾ ਫੇਰ ਨਿਆਣਿਆਂ ਦੀ ਮਾਂ ਤੇ ਮਾਮੇ ਤੇ ਵਿੱਚੋਂ ਖਬਰਾਂ ਆਈਆਂ ਕਹਿੰਦੇ ਬਲੀ ਦਿੱਤੀ ਗਈ ਹੈ। ਉਹਦੇ ਬਾਰੇ ਕੁਝ ਨਹੀਂ ਜੀ, ਉਹਦੇ ਬਾਰੇ ਕੋਈ ਲੇਟੈਸਟ ਨਹੀਂ ਅਪਡੇਟ ਹੈਗੀ। ਖੇੜੀ ਗੰਢਿਆਂ ਦੀ ਘਟਨਾ, ਉਹ ਰਾਜਪੁਰੇ ਦੇ ਨਾਲ ਹੀ ਉਹ ਹੈਗਾ ਪਿੰਡ, ਉੱਤੇ ਹੀ ਆ ਜਿਹੜੀ ਉਹ ਨਰਵਾਣਾ ਬ੍ਰਾਂਚ ਜਾਂਦੀ ਹੈ ਨਾ, ਨੀਲੇ ਪਾਣੀ ਵਾਲੀ ਨਹਿਰ ਉੱਤੇ ਪਿੰਡ ਆ, ਤੇ ਉਹਦੇ ਵਿੱਚ ਮੈਨੂੰ ਪਤਾ ਨਹੀਂ ਹੈ ਕਿ ਹੁਣ ਕੀ ਲੇਟੈਸਟ ਅਪਡੇਟ ਕੀ ਆ। ਹਾਂ ਦੋਸ਼ ਲੱਗੇ ਸੀਗੇ, ਦੋਸ਼ ਪਹਿਲਾਂ ਵੀ ਲੱਗੇ ਸੀ। ਪਹਿਲਾਂ ਉਹਨਾਂ ਨੇ ਆਖਿਆ ਕਿ ਮੁੰਡੇ ਸਾਡੇ ਚੁੱਕੇ ਜੀ ਫਲਾਣੇ ਲੈ ਗਏ, ਭਈਏ ਲੈ ਗਏ ਆ, ਧਮਕਾਣੇ ਲੈ ਗਏ ਆ, ਤਾਂ ਉਦੋਂ ਵੀ ਪੁਲਿਸ ਉਧਰ ਨੂੰ ਭੱਜੀ, ਪੁਲਿਸ ਨੇ ਕਾਫੀ ਜ਼ੋਰ ਲਾਇਆ। ਉਸ ਤੋਂ ਬਾਅਦ ਚਲੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ। ਫਿਰ ਇੱਕ ਥਿਊਰੀ ਇਹ ਸਾਹਮਣੇ ਆ ਗਈ ਸੀਗੀ ਕਿ ਬੱਚੇ ਬਾਂਦਰਾਂ ਦੇ ਮਗਰ ਕਿਤੇ ਭੱਜ ਰਹੇ ਸੀਗੇ ਤੇ ਭੱਜਦੇ ਨਹਿਰ 'ਚ ਡਿੱਗ ਪਏ ਆ। ਫਿਰ ਹੁਣ ਤੀਜੀ ਤੁਸੀਂ ਆ ਜਿਹੜੀ ਗੱਲ ਕਹਿੰਦੇ ਹੋ, ਹਾਂ ਨਿਕਲ ਆਈ ਆ, ਯਾਨੀ ਇਹ ਮਾਮਲਾ ਹਾਲੇ ਕਿਸੇ ਤਣ ਪੱਤਰ ਨਹੀਂ ਲੱਗਿਆ, ਹਾਲੇ ਉਲਝਣ ਦੇ ਵਿੱਚ ਹੀ ਆ। ਤਾਂ ਪੁਲਿਸ ਨੇ ਇਹ ਥਿਊਰੀ ਬਾਅਦ ਦੇ ਵਿੱਚ ਦਿੱਤੀ ਸੀਗੀ ਕਿ ਬੱਚੇ ਜਿਹੜੇ ਉਹ ਆਪਣੇ ਆਪ ਹੀ ਨਹਿਰ 'ਚ ਡਿੱਗੇ। ਹੁਣ ਸੱਚ ਕੀ ਆ, ਸੱਚਾਈ ਕੀ ਆ, ਇਹ ਤਾਂ ਘੋਖਣ ਦਾ ਵਿਸ਼ਾ, ਵਿਚਾਰਨ ਦਾ ਵਿਸ਼ਾ। ਦੋਸ਼ ਉਹਦਾ ਤੁਹਾਨੂੰ ਪਤਾ ਕਈ ਵਾਰ ਪਰਿਵਾਰਾਂ 'ਚ ਵੀ ਲੱਗ ਜਾਂਦੇ ਆ, ਆਂਢ ਗੁਆਂਢ 'ਚ ਵੀ ਲੱਗ ਜਾਂਦੇ ਆ, ਪਰ ਸਿੱਟੇ ਤੇ ਜਦ ਤੱਕ ਗੱਲ ਨਹੀਂ ਪਹੁੰਚਦੀ ਉਦੋਂ ਤੱਕ ਆਪਣੇ ਕੋਲੋਂ ਮੈਂ ਕੋਈ ਗੱਲ ਐਡ ਆਨ ਕਰਾਂ ਠੀਕ ਨਹੀਂ ਹੈ। ਤਾਂ ਇਹ ਮਾਮਲਾ ਹਾਲੇ ਵਿੱਚ ਵਿਚਾਲੇ ਹੀ ਆ। ਜੀ ਅਗਲੇ ਕਾਲਰ ਨੇ ਨਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਜੀ ਜਿਹੜੀ ਖਬਰ ਸੁਣੀ ਕੁੜੀ ਦੀ ਜਿਹਨੂੰ ਜਾਲ ਕੇ ਮਾਰਤਾ, ਤਾਂ ਤੁਸੀਂ ਸੁਣਾਈ, ਮੈਂ ਪਹਿਲਾਂ ਵੀ ਦੇਖ ਲਈ ਸੀ ਖਬਰ। ਮੈਂ ਮਿੰਟੂ ਸਵਾਲ ਇਹ ਆ ਕਿ ਇਹ ਹਿੰਦੂ ਮੁਸਲਿਮ ਮੰਦਿਰ ਮਸਜਿਦ ਗੋਡਸੇ ਗਾਂਧੀ ਇਹ ਸਾਰੇ ਇਹੀ ਖੱਪਖਾਨਾ ਕਰੀ ਜਾਂਦੇ ਆ। ਕੋਈ ਨੇਤਾ ਕੋਈ ਹੈ ਕੋਈ ਜਿਹਨੇ ਦਿਲੋਂ ਆਵਾਜ਼ ਉਠਾਈ ਇਸ ਘਟਨਾ ਦੇ ਬਾਰੇ? ਸਾਡਾ ਤਾਂ ਮਨ ਬਹੁਤ ਦੁਖੀ ਆ, ਸਾਡਾ ਤਾਂ ਬੱਚਿਆਂ ਨੂੰ ਭੇਜਣ ਨੂੰ ਦਿਲ ਨਹੀਂ ਕਰਦਾ ਉੱਥੇ ਇੰਡੀਆ ਦੇ ਵਿੱਚ। ਕੋਈ ਹੈ ਕੋਈ ਬੋਲਿਆ, ਕੋਈ ਮਾਂ ਦਾ ਪੁੱਤ, ਕੋਈ ਸਾਰੇ ਬਸ ਪਾਰਟੀਆਂ ਦੇ ਮਗਰ ਹੀ ਲੱਗੇ ਹੋਏ ਨੇ। ਸੁਣਦੇ ਹੋ ਭਾਜੀ? ਨਹੀਂ ਭਾਜੀ, ਸਾਰਾ ਦੇਸ਼ ਹੀ ਬੋਲ ਰਿਹਾ, ਸਾਰਾ ਦੇਸ਼ ਹੀ ਬੋਲ ਰਿਹਾ। ਤੁਸੀਂ ਦੇਖੋ ਸੋਸ਼ਲ ਮੀਡੀਆ ਸਾਰੇ, ਅਸੀਂ ਪੰਜਾਬੀ ਇੱਥੇ ਬੈਠੇ ਆ, ਸਾਨੂੰ ਤੇ ਉੱਥੋਂ ਦੀ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਭਾਸ਼ਾ ਵੀ ਨਹੀਂ ਆਉਂਦੀ ਹੋਣੀ ਤੇਲਗੂ, ਤੇ ਤਾਂ ਵੀ ਅਸੀਂ ਪੰਜਾਬੀ 'ਚ ਲਿਖ ਕੇ ਉਹ ਵਹਿਸ਼ੀਆਂ ਨੂੰ ਲਾਹਨਤਾਂ ਪਾ ਰਹੇ ਆ, ਨਿੰਦਿਆ ਕਰ ਰਹੇ ਆ। ਜੋ ਬੱਚੀ ਵਿਚਾਰੀ ਕਿਸੇ ਦੀ ਬੱਚੀ ਸੀਗੀ, ਚਲੋ ਸਾਡੀ ਵੀ ਬੱਚੀ ਉਹ ਹੈ ਜੋ ਸਮਾਜ 'ਚ ਰਹਿੰਦਾ ਪੁਰਾਣੀ, ਸਾਰੇ ਆਪਣੇ ਹੀ ਆ, ਤਾਂ ਉਹ ਸਾਰੇ ਦੁੱਖ ਜਤਾ ਰਹੇ ਆ ਕਿ ਕਿੱਡੀ ਵੱਡੀ ਹਵਾਨੀਅਤ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਲਾਹਨਤਾਂ ਪਾ ਰਹੇ ਲੀਡਰ ਵੀ ਬੋਲਣਗੇ, ਜਦੋਂ ਲੋਕ ਬੋਲਦੇ ਆ ਫਿਰ ਲੀਡਰਾਂ ਨੂੰ ਵੀ ਬੋਲਣਾ ਪੈਂਦਾ। ਪਰ ਬੋਲਣ ਨਾਲ ਕੀ ਹੋਊਗਾ? ਮਸਲਾ ਤੇ ਉਹ ਆ ਨਾ ਕਿ ਜਿਹੜੇ ਧੜਿਆਂ 'ਚ ਲੋਕ ਵੰਡੇ ਆ, ਜਿਹੜੇ ਮਜ਼ਹਬਾਂ 'ਚ ਵੰਡੇ ਲੋਕ ਆ, ਵਿਚਾਰਾਂ 'ਚ ਵੰਡੇ ਲੋਕ ਆ, ਜਦੋਂ ਤੱਕ ਸਮੂਹਿਕ ਮੰਗ ਨਹੀਂ ਰੱਖਦੇ ਸਿਸਟਮ ਨੂੰ ਸੁਧਾਰਨ ਦੀ, ਉਦੋਂ ਤੱਕ ਸਮੂਹਿਕ ਨਿਆਂ ਵੀ ਨਹੀਂ ਮਿਲਣਾ ਤੁਹਾਨੂੰ। ਸਮਾਜਿਕ ਨਿਆਂ ਤਾਂ ਹੀ ਮਿਲਦਾ ਨਾ ਜਦ ਸਮੂਹਿਕ ਤੌਰ ਤੇ ਤੁਸੀਂ ਇਕੱਠੇ ਹੁੰਦੇ ਆ, ਤਾਂ ਇਹ ਚੀਜ਼ਾਂ ਤਾਂ ਹੀ ਸੁਧਰਨਗੀਆਂ। ਹੁਣ ਦੇਖੋ ਰੇਪ ਤੇ ਕਿਸੇ ਵੀ ਮੇਰੇ ਖਿਆਲ ਦੇ ਨਾਲ ਸਮਾਜ ਦੇ ਵਿੱਚ ਰੁਕਦੇ ਨਹੀਂ ਹੈ, ਪਰ ਇਹੋ ਜਿਹੀਆਂ ਹਵਾਨੀਅਤਾਂ ਜਿਹੜੀਆਂ ਲਗਾਤਾਰ ਹੋਈ ਜਾਣੀਆਂ, ਬੜੀ ਸ਼ਰਮਸਾਰ ਵਾਲੀ ਗੱਲ ਆ। ਔਰ ਇਹ ਤੋਂ ਵੀ ਵੱਡੀ ਗੱਲ ਇਹ ਆ ਕਿ ਅਸੀਂ ਦੋਸ਼ੀ ਜਮ੍ਹਾਂ ਕਰੀ ਜਾਂਦੇ ਆ, ਨਿਰਭਇਆ ਵਾਲੇ ਅਜੇ ਬੈਠੇ ਆ, ਉੱਤੋਂ ਇਹ ਆ ਗਏ ਆ, ਉੱਤੋਂ ਕੋਈ ਹੋਰ ਕਾਂਡ ਹੋ ਜਾਊਗਾ। ਤਾਂ ਜਦੋਂ ਤੁਹਾਡੇ ਕੋਲ ਹੈਗੇ ਆ ਕਾਨੂੰਨ ਹੈਗੇ ਆ, ਤੁਸੀਂ ਫਾਂਸੀ ਦੇ ਸਕਦੇ ਹੋ, ਤੁਸੀਂ ਹੋਰ ਸਜ਼ਾਵਾਂ ਦੇ ਸਕਦੇ ਹੋ, ਫਾਸਟ ਟਰੈਕ ਕੋਰਟਾਂ ਨੇ ਤੁਹਾਡੇ ਕੋਲ, ਪਰ ਤੁਸੀਂ ਫਿਰ ਵੀ ਇੱਕ ਸਲੋ ਸਿਸਟਮ ਦਿੰਦੇ ਹੋ ਇਹੋ ਜਿਹੇ ਮਾਮਲਿਆਂ ਨੂੰ ਵੀ। ਤਾਂ ਉੱਥੇ ਜਦੋਂ ਤੁਹਾਡੇ ਕੋਲ ਮਿਸਾਲੀ ਸਜ਼ਾਵਾਂ ਹੀ ਨਹੀਂ ਹੈਗੀਆਂ ਦਿਖਾਉਣ ਵਾਸਤੇ, ਡਰਾਉਣ ਵਾਸਤੇ, ਤਾਂ ਇਹ ਚੀਜ਼ਾਂ ਰੁਕਣਗੀਆਂ ਨਹੀਂ। ਕਹਿਣ ਦਾ ਭਾਵ ਇਹ ਆ ਕਿ ਰੇਪ ਤੇ ਇਸ ਦੁਨੀਆ 'ਚ ਮੈਨੂੰ ਨਹੀਂ ਲੱਗਦਾ ਕਿ ਕਦੇ ਪੂਰੀ ਤਰ੍ਹਾਂ ਖਤਮ ਹੋਣਗੇ, ਜਿਹੜੇ ਕਿ ਹੋਣੇ ਚਾਹੀਦੇ ਆ। ਪਰ ਗੱਲ ਇਹ ਆ ਕਿ ਉਹਨਾਂ ਤੇ ਐਕਸ਼ਨ ਕੀ ਹੁੰਦਾ ਹੈ, ਔਰ ਉਹਨਾਂ ਚੀਜ਼ਾਂ ਨੂੰ, ਉਹਨਾਂ ਬੁਰਾਈਆਂ ਨੂੰ ਸੁਧਾਰਨ ਵਾਸਤੇ ਤੁਹਾਡੀ ਸਰਕਾਰ ਕੰਮ ਕਿਸ ਤਰ੍ਹਾਂ ਕਰਦੀ ਹੈ, ਇਹ ਚੀਜ਼ਾਂ ਵੇਖਣੀਆਂ ਜ਼ਰੂਰੀ ਹੁੰਦੀਆਂ। ਪਰ ਜ਼ਮੀਨੀ ਪੱਧਰ ਤੇ ਜੇ ਤੁਸੀਂ ਵੇਖੋਗੇ ਤਾਂ ਇਸ ਤਰ੍ਹਾਂ ਦੇ ਕੋਈ ਕੰਮ ਹੁੰਦੇ ਹੀ ਨਹੀਂ ਸਾਡੇ, ਨਾ ਸਮਾਜਿਕ ਪੱਧਰ ਤੇ ਨਾ ਸਰਕਾਰੀ ਪੱਧਰ ਤੇ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰੀਤੀਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਲਾਈਨ ਉਹਨਾਂ ਦੀ ਜਿਹੜੀ ਉਹ ਡ੍ਰੌਪ ਹੋ ਗਈ ਹੈ ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਨਾਲ ਹੀ ਇੱਥੇ ਹੀ ਸਮਾਪਤ ਹੁੰਦਾ ਹੈ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ